ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਆਪਾਂ ਬੱਚੇ ਅੱਜ ਕਿਸੇ ਬੱਚੇ ਨੇ ਕਮੈਂਟ ਕੀਤਾ ਸੀ ਕਿ ਸਰ ਗਵਰਨਰ ਔਰ ਗਵਰਨਰ ਜਨਰਲ ਵਾਇਸਰਾਏ ਜਿਹੜਾ ਇਹ ਵਾਲਾ ਇੰਪੋਰਟੈਂਟ ਟੌਪਿਕ ਹੈ ਹਿਸਟਰੀ ਦਾ, ਇਹ ਵਾਲਾ ਟੌਪਿਕ ਤੁਸੀਂ ਕਵਰ ਕਰਵਾਓ। ਤਾਂ ਬੱਚੇ ਅੱਜ ਆਪਾਂ ਇਹ ਵਾਲੇ ਟੌਪਿਕ ਨੂੰ ਕਵਰ ਕਰਨਾ। ਦੇਖੋ, ਤੁਸੀਂ PPSC ਐਗਜ਼ਾਮ ਦਿਓ, UPSC SSC ਕਿਸੇ ਵੀ ਐਗਜ਼ਾਮ ਨੂੰ ਦਿਓ, ਮੈਂ ਤੁਹਾਨੂੰ ਇਹਦੇ ਵਿੱਚੋਂ ਕੋਈ ਫੈਕਟ ਆ ਬੱਚੇ ਜਿਹੜਾ ਤਾਂ ਨਹੀਂ ਰਹਿਣ ਦੇਣਾ। ਆਪਾਂ 10 ਤੋਂ 15 MCQ ਇਹਦੇ ਕਰਾਂਗੇ ਜਿਹੜੇ ਐਗਜ਼ਾਮ ਦੇ ਵਿੱਚ ਆਏ ਹੋਏ ਆ, ਤਾਂ ਉਹਨਾਂ ਦੇ ਵਿੱਚੋਂ ਹੀ ਵੈਸੇ ਤਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜੂਗਾ, ਬਟ ਜੇ ਉਹਨਾਂ ਦੇ ਵਿੱਚੋਂ ਨਾ ਆਇਆ, ਜਿਹੜੇ ਆਪਾਂ ਉਹਦੇ ਨਾਲ ਦੇ ਫੈਕਟ ਕਰਨੇ ਆ, ਤਾਂ ਤੁਹਾਡਾ ਕੋਈ ਕੁਐਸਚਨ ਆ ਜਿਹੜਾ ਉਹਦੇ ਵਿੱਚੋਂ ਸਕਿਪ ਨਹੀਂ ਹੋਊਗਾ। ਬੱਚੇ ਦੇਖੋ, ਮੈਂ ਦਿਨ ਦੇ ਵਿੱਚ ਤੁਹਾਡੇ ਲਈ ਇੱਕ ਵੀਡੀਓ ਅਪਡੇਟ ਕਰ ਪਾਉਂਦਾ, ਅਤੇ ਮੇਰੀ ਗੱਲ ਦੀ ਪ੍ਰੋਬਲਮ ਆ ਥੋੜ੍ਹੀ ਜਿਹੀ। ਡਾਕਟਰ ਨੇ ਵੈਸੇ ਬੋਲਣਾ ਬੰਦ ਕੀਤਾ, ਪਰ ਮੈਂ ਤੁਹਾਡੇ ਐਗਜ਼ਾਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਵੀ ਬੱਚੇ ਟਰਾਈ ਕਰਦਾ ਕਿ ਆਪਣੀ ਵੀਡੀਓ ਜਿਹੜੀ ਮਿਸ ਬਿਲਕੁਲ ਨਾ ਹੋਵੇ, ਤਾਂ ਕਰਕੇ ਆਪਾਂ ਵੀਡੀਓ ਤੁਹਾਡੇ ਲਈ ਅਪਡੇਟ ਕਰਦੇ ਹਾਂ। ਤਾਂ ਬੱਚੇ ਦੇਖੋ, ਜਿਹੜੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ। ਜਿਨ੍ਹਾਂ ਨੂੰ PDF ਚਾਹੀਦਾ ਹੋਇਆ ਉਹ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਆ। ਅਤੇ ਅੱਜ ਆਪਣਾ ਕੰਟੈਂਟ ਗਵਰਨਰ ਦੇ ਬਾਰੇ ਗੱਲ ਕਰਾਂਗੇ, ਕਦੋਂ ਤੋਂ ਗਵਰਨਰ ਜਨਰਲ ਬਣੇ ਔਰ ਕਿਵੇਂ ਬਣੇ, ਅਤੇ ਵਾਇਸਰਾਏ ਕਦੋਂ ਬਣੇ, ਕਿਉਂ ਕਿਹਾ ਜਾਣ ਲੱਗਿਆ, ਔਰ ਨੀਲ ਦਰਪਣ ਨਾਲ ਆਪਾਂ ਹਿਸਟਰੀ ਦਾ ਇੱਕ ਫੈਕਟ ਵੀ ਜ਼ਰੂਰ ਡਿਸਕਸ ਕਰਿਆ ਕਰਾਂਗੇ। ਠੀਕ ਆ, ਤਾਂ ਬੱਚੇ ਇਹ ਅੱਜ ਐਵੇਂ ਦਾ ਆਪਣਾ ਟੌਪਿਕ ਆ ਜਿਹੜਾ ਉਹ ਰਹਿਣ ਵਾਲਾ। ਹਿਸਟਰੀ ਦੇ ਵਿੱਚ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆ, ਤੁਹਾਨੂੰ 1-2 ਕੁਐਸਚਨ ਇਹਦੇ ਵਿੱਚੋਂ ਪੱਕਾ ਦੇਖਣ ਨੂੰ ਮਿਲ ਜਾਣੇ ਆ। ਸੋ ਇਹਨੂੰ ਤੁਸੀਂ ਧਿਆਨ ਦੇ ਨਾਲ ਬੱਚੇ ਕਵਰ ਕਰਨਾ। ਇਹ ਤੋਂ ਬਿਨਾਂ ਆਪਾਂ ਹਿਸਟਰੀ ਦੀਆਂ ਕਾਫੀ ਵੀਡੀਓਜ਼ ਪਾ ਚੁੱਕੇ ਹਾਂ ਆਪਣੇ ਚੈਨਲ ਦੇ ਉੱਤੇ, ਪਲੇਲਿਸਟ ਦੇ ਵਿੱਚ ਪਈਆਂ ਨੇ, ਉੱਥੋਂ ਵੀ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਵੈਸੇ ਇਹ ਵਾਲਾ ਲੈਕਚਰ ਬੱਚੇ ਕੱਲ੍ਹ ਹੀ ਅਪਡੇਟ ਕਰ ਦਿੱਤਾ ਜਾਂਦਾ, ਬਟ ਉਹ ਕਿਸੇ ਵਜ੍ਹਾ ਦੇ ਕਰਕੇ ਉਹ ਵਾਲਾ ਸੀਗਾ ਜਿਹੜਾ ਕੱਲ੍ਹ ਉਹ ਹੋ ਨਹੀਂ ਪਾਇਆ। ਵੀਡੀਓ ਆਟੋਮੈਟਿਕਲੀ ਵਿਚਾਲੋਂ ਪਾਊਜ਼ ਹੋ ਗਈ ਸੀਗੀ, ਸੋ ਨਹੀਂ ਇਹ ਵਾਲਾ ਕੱਲ੍ਹ ਹੀ ਆਪਾਂ ਅਪਡੇਟ ਕਰ ਦਿੰਦੇ। ਦੇਖੋ ਬੱਚੇ, ਪਹਿਲਾਂ ਆਪਣਾ ਕੁਐਸਚਨ ਕੀ ਆ। ਪਹਿਲਾਂ ਕੁਐਸਚਨ ਜਿਹੜਾ ਪਬਲਿਕ ਵਰਕਸ ਡਿਪਾਰਟਮੈਂਟ ਯਾਨੀ ਕਿ PWD ਡਿਪਾਰਟਮੈਂਟ, ਤੁਸੀਂ ਸੜਕਾਂ 'ਤੇ ਆਮ ਹੀ ਦੇਖਦੇ ਹੋ, ਇੱਕ ਵਾਈਟ ਬਲੈਕ ਜਾਂ ਲੱਗਿਆ ਹੁੰਦਾ ਰਾਊਂਡ ਸ਼ੇਪ ਦਾ, ਅਤੇ ਤੁਸੀਂ ਉਹਦੇ 'ਤੇ ਦੇਖਦੇ ਹੋ PWD ਲਿਖਿਆ ਹੁੰਦਾ, ਪਬਲਿਕ ਵਰਕਸ ਡਿਪਾਰਟਮੈਂਟ। ਤਾਂ ਇਹ ਔਰਗਨਾਈਜ਼ ਕੀਤੇ ਗਏ ਸੀ 1845 ਤੋਂ 55 ਦਾ ਸਮਾਂ। ਤਾਂ ਇਹ ਕਿਹਦਾ ਸਮਾਂ ਸੀ? ਡਲਹੌਜੀ ਦਾ, ਕਾਰਨਵਾਲਿਸ ਦਾ, ਜਾਂ ਫਿਰ ਆਕਲੈਂਡ ਦਾ, ਜਾਂ ਫਿਰ ਵਾਰਨ ਹੈਸਟਿੰਗਸ ਦਾ। ਤਾਂ ਦੇਖੋ ਬੱਚੇ, ਇਹਨਾਂ ਦੇ ਵਿੱਚੋਂ ਆਪਾਂ ਇਹਦਾ ਕਰੈਕਟ ਆਨਸਰ ਆ ਜਿਹੜਾ ਉਹਨੂੰ ਆਪਾਂ ਫੇਰ ਕਰਾਂਗੇ। ਇਹ ਤੋਂ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰਦੇ ਹਾਂ। ਦੇਖੋ ਬੱਚੇ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਈਸਟ ਇੰਡੀਆ ਕੰਪਨੀ ਆਈ ਸੀ, ਇੰਨਾ ਸਭ ਨੂੰ ਕਲੀਅਰ ਆ ਤੁਹਾਨੂੰ, ਹੈ ਨਾ। ਤਾਂ ਉਦੋਂ ਪਹਿਲਾਂ ਹੁੰਦੇ ਸੀਗੇ ਮਤਲਬ ਈਸਟ ਇੰਡੀਆ ਕੰਪਨੀ ਵਾਲੇ ਸਿੰਪਲ ਗਵਰਨਰ। ਤਾਂ ਇਸ ਤੋਂ ਬਾਅਦ ਪਹਿਲਾਂ ਇੱਕ ਆਇਆ ਸੀਗਾ ਰੋਬਰਟ ਕਲਾਈਵ। ਤਾਂ ਰੋਬਰਟ ਕਲਾਈਵ ਦਾ ਸਮਾਂ ਸੀ 1757 ਤੋਂ ਲੈ ਕੇ 60 ਤੱਕ। ਬੱਚੇ ਬਹੁਤ ਇੰਪੋਰਟੈਂਟ ਆ, ਕਿਉਂਕਿ ਸਟਾਰਟਿੰਗ ਹੀ ਇਹ ਤੋਂ ਹੁੰਦੀ ਆ, ਔਰ ਇਹਦੇ 'ਚੋਂ ਫੈਕਟ ਵੀ ਨੇ ਜਿਹੜੇ ਕਾਫੀ ਸਾਰੇ ਬਣਦੇ ਆ। ਤਾਂ ਇਹਨੂੰ ਆਪਣੇ ਕਿਹਾ ਜਾਂਦਾ ਫਸਟ ਗਵਰਨਰ ਕਿਹਨੂੰ ਕਿਹਾ ਜਾਂਦਾ? ਤਾਂ ਇਹ ਗਵਰਨਰ ਆ ਜਿਹੜਾ ਰਹੂਗਾ ਕਦੋਂ ਤੋਂ ਕਦੋਂ ਤੱਕ ਰਹਿੰਦਾ? ਇਹ 1765 ਤੋਂ ਲੈ ਕੇ, ਠੀਕ ਆ, ਤਾਂ 1765 ਤੋਂ ਲੈ ਕੇ 67 ਤੱਕ ਇਹ ਵਾਲਾ ਜਿਹੜਾ। ਤਾਂ ਹੁਣ ਦੇਖੋ ਬੱਚੇ, ਕੀ ਚੱਕਰ ਆ। ਤਾਂ ਇਹਨੂੰ ਮਦਰਾਸ ਦੇ ਉੱਤੋਂ ਬੁਲਾਇਆ ਗਿਆ ਸੀਗਾ, ਠੀਕ ਆ। ਅਤੇ ਬਾਕੀ ਇਹਦੇ ਬਾਰੇ ਆਪਾਂ ਹੋਰ ਫੈਕਟ ਨੇ ਜਿਹੜੇ, ਤਾਂ ਇਹ ਨਹੀਂ ਕਰਨੇ। ਬਾਕੀ ਇਹ ਪਹਿਲਾਂ ਕੰਪਨੀ ਦੇ ਵਿੱਚ ਕਲਰਕ ਹੁੰਦਾ ਸੀ, ਜਿਹੜੀ ਈਸਟ ਇੰਡੀਆ ਕੰਪਨੀ ਸੀ, ਰੋਬਰਟ ਕਲਾਈਵ ਉਹਦੇ 'ਚ ਕੀ ਸੀਗਾ? ਕਲਰਕ ਸੀਗਾ। ਬਟ ਇਹਦੇ ਕੰਮਕਾਜ ਤੋਂ ਬਹੁਤ ਜ਼ਿਆਦਾ ਇਫੈਕਟਿਵ ਸੀਗੇ, ਤਾਂ ਕਰਕੇ ਇਹਨੂੰ ਮਤਲਬ ਕਿ ਬੁਲਾਇਆ ਗਿਆ। ਇੱਕ ਤੁਸੀਂ ਯੁੱਧ ਸੀਗੇ ਜਿਹੜੇ ਦੋ ਧਿਆਨ 'ਚ ਰੱਖਣਾ। ਇੱਕ 1757 ਦੇ ਵਿੱਚ ਇੰਪੋਰਟੈਂਟ ਬੈਟਲ ਹੋਇਆ ਸੀ, ਪਲਾਸੀ ਦੀ ਲੜਾਈ ਹੋਈ ਸੀ। ਤਾਂ ਕਿਹਦੇ ਵਿਚਾਲੇ ਹੋਈ ਹੈ ਬੱਚੇ? ਇਹ ਇੰਪੋਰਟੈਂਟ ਫੈਕਟ ਹੈ ਇੱਥੇ। ਇੱਕ ਪਾਸੇ ਸੀਗੇ ਬ੍ਰਿਟਸ ਔਰ ਦੂਸਰੇ ਪਾਸੇ ਸੀਗੇ ਇੱਧਰੋਂ ਬ੍ਰਿਟਸ ਸੀਗੇ ਬੱਚੇ। ਬ੍ਰਿਟਸ ਦੇ ਵਿੱਚ ਇਹਨਾਂ ਦੇ ਵੱਲੋਂ ਲੜਨ ਵਾਲਾ ਰੋਬਰਟ ਕਲਾਈਵ ਸੀਗਾ, ਔਰ ਆਪਣੇ ਇੱਥੇ ਜਿਹੜੇ ਇੰਡੀਅਨ ਸੀਗੇ ਭਾਰਤੀ, ਇਹਨਾਂ ਦੇ ਵਿੱਚੋਂ ਸੀ ਸਿਰਾਜੂਦੌਲਾ, ਠੀਕ ਆ। ਤਾਂ ਇਹਨਾਂ ਦੇ ਵਿੱਚੋਂ ਰੋਬਰਟ ਕਲਾਈਵ ਜਿੱਤ ਗਿਆ ਸੀ ਔਰ ਸਿਰਾਜੂਦੌਲਾ ਹਾਰ ਗਿਆ। ਇਹਦੇ ਹਾਰਨ ਦੀ ਵਜ੍ਹਾ ਕੀ ਸੀ? ਕਿਉਂਕਿ ਮੀਰ ਜਾਫਰ ਜਿਹੜਾ ਸੈਨਾਪਤੀ ਸੀ ਇਹਦਾ ਸਿਰਾਜੂਦੌਲਾ ਦਾ, ਔਰ ਇੱਕ ਸੀਗਾ ਰਾਏ ਦੁਰਲੱਭ, ਦੋਨਾਂ ਨੇ ਧੋਖਾ ਕੀਤਾ ਸਿਰਾਜੂਦੌਲਾ ਦੇ ਨਾਲ, ਪਰ ਤਾਂ ਕਰਕੇ ਰੋਬਰਟ ਕਲਾਈਵ ਸੀ ਜਿਹੜਾ ਯੁੱਧ ਜਿੱਤ ਗਿਆ। ਤਾਂ ਫਿਰ ਇਸ ਤੋਂ ਬਾਅਦ ਜਿਹੜੇ ਨੇ ਇਹਦਾ ਸਾਥ ਦਿੱਤਾ ਸੀ ਜਾਣੀ ਕਿ ਮੀਰ ਜਾਫਰ ਨੇ, ਤਾਂ ਉਹਨੂੰ ਇਹਨਾਂ ਨੇ ਨਵਾਬ ਬਣਾਤਾ ਸੀ ਬੰਗਾਲ ਦਾ, ਰੋਬਰਟ ਕਲਾਈਵ ਨੇ। ਓਕੇ, ਇਹਦੇ ਇੰਪੋਰਟੈਂਟ ਬੈਟਲ ਨੇ ਇਹ। ਫਿਰ ਇਹਨੇ 1759 ਦੇ ਵਿੱਚ ਇੱਕ ਯੁੱਧ ਲੜਿਆ ਬੇਦਰਾ ਦਾ। ਆਹ ਵਾਲਾ ਬੱਚੇ ਜਿਹੜਾ ਇੱਥੇ ਡੱਚ ਲਿਖਿਆ ਗਿਆ ਸੀ ਉਹ ਇਹਦਾ ਫੈਕਟ ਆ। ਅਤੇ ਬੇਦਰਾ ਦਾ, ਤਾਂ ਇਹ ਕਿਹਦੇ ਵਿਚਾਲੇ ਹੋਇਆ? ਇੱਕ ਸਾਈਡ 'ਤੇ ਬ੍ਰਿਟਸ ਨੇ, ਬ੍ਰਿਟਸ ਵਰਸਸ ਡੱਚ। ਤਾਂ ਇਹ ਡੱਚ ਲੋਕਾਂ ਦੇ ਨਾਲ ਇਹਨਾਂ ਦੇ ਵਿੱਚ ਹੋਇਆ ਸੀ। ਇਹ 'ਚ ਵੀ ਬ੍ਰਿਟਸ ਸੀਗੇ ਜਿਹੜੇ ਉਹ ਜਿੱਤ ਗਏ ਸੀਗੇ, ਡੱਚ ਇਹਦੇ 'ਚ ਹਾਰ ਗਏ ਸੀ। ਬਾਕੀ ਬੱਚੇ, ਜਿਹੜੀ ਇਹ ਬੇਦਰਾ ਦੀ ਜਗ੍ਹਾ ਗੀ, ਇਹ ਤੁਸੀਂ ਕਮੈਂਟ ਕਰਕੇ ਦੱਸਣੀ ਆ ਵੀ ਇਹ ਵਾਲੀ ਜਗ੍ਹਾ ਜਿਹੜੀ ਹੈ ਐਕਚੁਅਲ ਦੇ ਵਿੱਚ ਕਿੱਥੇ ਆ, ਠੀਕ ਆ। ਤਾਂ ਇੱਕ ਇਹ ਵਾਲਾ ਯੁੱਧ,
ਤੇ 1760 ਦੇ ਵਿੱਚ ਜਿਹੜਾ ਰੋਬਰਟ ਕਲਾਈਵ ਸੀ ਬੱਚੇ ਇੱਕ ਵਾਰ ਤੋਂ ਇਹ ਵਾਪਸ ਵਗ ਗਿਆ। ਜਦੋਂ 1764 ਦੇ ਵਿੱਚ ਫਿਰ ਦੁਬਾਰੇ ਬਕਸਰ ਦਾ ਯੁੱਧ ਹੋਊਗਾ, ਬਕਸਰ ਤੋਂ ਯੁੱਧ ਤੋਂ ਬਾਅਦ ਇਹ ਗਵਰਨਰ ਬਣ ਕੇ ਆਊਗਾ, ਠੀਕ ਆ। ਤਾਂ ਟ੍ਰੀਟੀ ਆਫ ਇਲਾਹਾਬਾਦ ਹੁੰਦੀ ਹੈ ਜਿਹੜੀ, ਇਹਨੂੰ ਆ ਕੇ ਕਲਾਈਵ ਹੀ ਆ ਕੇ ਇੱਥੇ ਮਤਲਬ ਕਿ 1765 ਦੇ ਵਿੱਚ ਟ੍ਰੀਟੀ ਆਫ ਇਲਾਹਾਬਾਦ ਹੋਊਗੀ ਜਿਹੜੀ, ਉਹਨੂੰ ਕਰਨ ਵਾਲਾ ਕੌਣ ਆ? ਰੋਬਰਟ ਕਲਾਈਵ ਆ। ਤਾਂ ਬੱਚਾ ਇੰਨੇ ਕੁ ਫੈਕਟ ਆ ਤੁਸੀਂ ਨੋਟ ਕਰ ਲਏ ਹੋਣਗੇ, ਮੈਂ ਇਹਨਾਂ ਨੂੰ ਅਰੇਜ਼ ਕਰਨ ਲੱਗਿਆ। ਬਾਕੀ ਬੱਚੇ ਦੇਖੋ ਜਿੰਨੇ ਕੁ ਮੈਂ ਫੈਕਟ ਤੁਹਾਨੂੰ ਕਰਵਾ ਦੂੰਗਾ, ਇਸ ਤੋਂ ਬਾਅਦ ਤੁਸੀਂ YouTube ਦੇ ਉੱਤੇ ਪਬਲਿਕਲੀ ਬਹੁਤ ਚੈਨਲਾਂ ਦੀਆਂ ਵੀਡੀਓ ਪਈਆਂ ਨੇ, ਬਹੁਤ ਚੋਟੀ ਦੇ ਟੀਚਰ ਪਏ ਆ। ਇਹ ਨਹੀਂ ਕਹਿੰਦੇ ਵਿੱਚ ਅਸੀਂ ਸਭ ਤੋਂ ਮਤਲਬ ਕਿ ਬੈਸਟ ਟੀਚਰ ਹੀ ਆ, ਬਟ ਤੁਸੀਂ ਉਹਨਾਂ ਦੇ ਨਾਲ ਔਰ ਆਪਣਾ ਕੰਟੈਂਟ ਆ ਜਿਹੜਾ ਤੁਸੀਂ ਕੰਪੇਅਰ ਕਰਕੇ ਦੇਖਿਓ ਬੱਚੇ ਕਿ ਤੁਹਾਨੂੰ ਕਲਾਸ ਦੇ ਵਿੱਚ ਕਿਵੇਂ ਦਾ ਫ੍ਰੀ ਆਫ ਕਾਸਟ ਕਰਵਾਇਆ ਜਾ ਰਿਹਾ। ਦੇਖੋ ਵੈਸੇ ਫ੍ਰੀ ਦੀ ਚੀਜ਼ ਦੀ ਬੱਚੇ ਵੈਲਿਊ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਜਾਣਦੇ ਆ, ਕਿਉਂਕਿ ਅਗਰ ਇਹੀ ਤੁਹਾਤੋਂ ਮੈਂ ਪੈਸੇ ਲੈ ਕੇ ਤੁਹਾਨੂੰ ਇਹ ਵਾਲੀ ਚੀਜ਼ ਕਰਵਾਉਂਦਾ ਤਾਂ ਦੈਨ ਤੁਸੀਂ ਇਹਨੂੰ 1 ਤੋਂ 10 ਵਾਰ ਸਮਝਣਾ ਸੀ, ਨਾਲੇ ਮੈਂ ਇੰਨਾ ਕੰਟੈਂਟ ਤੁਹਾਨੂੰ ਕਰਵਾਉਣਾ ਵੀ ਨਹੀਂ ਸੀ ਫਿਰ। ਤਾਂ ਇਸ ਤੋਂ ਬਾਅਦ ਦੇਖੋ 1760 ਦੇ ਵਿੱਚ ਰੋਬਰਟ ਕਲਾਈਵ ਵਗ ਗਿਆ ਸੀ। 65 ਦੇ ਵਿੱਚ ਜਦੋਂ 64 ਦੇ ਵਿੱਚ ਬਕਸਰ ਦਾ ਯੁੱਧ ਹੋਇਆ, ਉਹ ਤੋਂ ਬਾਅਦ ਰੋਬਰਟ ਕਲਾਈਵ ਦੁਬਾਰੇ ਫੇਰ ਆ ਗਿਆ। ਤਾਂ 1765 ਦੇ ਵਿੱਚ ਇੱਕ ਟ੍ਰੀਟੀ ਹੋਈ, ਟ੍ਰੀਟੀ ਦਾ ਨਾਮ ਸੀ ਇਲਾਹਾਬਾਦ, ਟ੍ਰੀਟੀ ਆਫ ਇਲਾਹਾਬਾਦ। ਦੇਖੋ ਬੱਚੇ ਇਹਦੇ 'ਚ ਇੱਕ ਪਾਸੇ ਰੋਬਰਟ ਕਲਾਈਵ ਸੀ ਔਰ ਸ਼ਾਹ ਆਲਮ ਦੂਜਾ ਜਾਣੀ ਕਿ ਮੁਗਲ ਬਾਦਸ਼ਾਹ ਸੀਗਾ, ਅਤੇ ਸਿਰਾਜੂਦੌਲਾ ਅਬਦ ਦਾ ਨਵਾਬ। ਤਾਂ ਟੈਕਸ ਲੈਣ ਦਾ ਅਧਿਕਾਰ ਜਾਣੀ ਕਿ ਪੂਰਾ ਕਿਹਨਾਂ ਨੂੰ ਮਿਲ ਗਿਆ ਸੀ? ਅੰਗਰੇਜ਼ਾਂ ਨੂੰ ਮਿਲ ਗਿਆ ਸੀ। ਇਹ ਸੀ ਟ੍ਰੀਟੀ ਆਪਣੀ ਇਲਾਹਾਬਾਦ ਦੀ। ਤਾਂ ਹੁਣ ਇਹਦੇ ਬਾਰੇ ਰੋਬਰਟ ਕਲਾਈਵ ਦੇ ਬਾਰੇ ਜਿਹੜੇ ਸਿੱਧੇ ਫੈਕਟ ਬਣਦੇ ਆ ਬੱਚੇ, ਉਹ ਦੇਖੋ ਕੀ ਬਣਦੇ ਆ। ਇੱਕ ਦਾ ਸਿੱਧਾ ਹੀ ਫੈਕਟ ਆਪਾਂ ਨੂੰ ਇਹ ਵਾਲਾ ਹੀ ਪਤਾ ਲੱਗ ਗਿਆ ਵੀ ਇਹ ਫਸਟ ਗਵਰਨਰ ਸੀਗਾ, ਅਤੇ ਦੂਸਰਾ ਇਹਨੇ ਲਾਈ ਸੀ ਡੈਰ ਕੀ ਲਾਈ ਸੀਗੀ ਕਿੱਥੇ? ਬੰਗਾਲ ਦੇ ਵਿੱਚ। ਆਉਂਦੇ ਨਹੀਂ ਇਹਨੇ ਬੰਗਾਲ ਦੇ ਵਿੱਚ ਲਾਤੀ ਸੀ। ਅਤੇ 1765 ਤੋਂ ਲੈ ਕੇ 1772 ਤੱਕ ਜਿਹੜਾ ਬੱਚੇ ਇਹ 7 ਸਾਲਾਂ ਦਾ ਸਮਾਂ, ਇਹਨੂੰ ਕਿਹਾ ਜਾਂਦਾ ਲੂਟ ਆਫ ਇੰਡੀਆ। ਜਾਂ ਤੁਹਾਨੂੰ ਕੁਐਸਚਨ ਆ ਸਕਦਾ ਵੀ ਭਾਰਤ ਦੀ ਲੁੱਟ ਕਿਹੜੇ 7 ਸਾਲਾਂ ਨੂੰ ਕਿਹਾ ਜਾਂਦਾ? 1765 ਤੋਂ ਲੈ ਕੇ 1772 ਕਹੋਗੇ ਤੁਸੀਂ। ਜੇ ਤੁਹਾਨੂੰ ਆ ਜਾਏ ਵੀ ਜਾਂ 1765 ਤੋਂ 1772 ਜਿਹਨੂੰ ਲੂਟ ਆਫ ਇੰਡੀਆ ਕਿਹਾ ਜਾਂਦਾ, ਇਹਦੋਂ ਗਵਰਨਰ ਕੌਣ ਸੀਗਾ? ਫਿਰ ਤੁਸੀਂ ਲਾਓਗੇ ਰੋਬਰਟ ਕਲਾਈਵ। ਇੱਕ ਹੋਰ ਇਹਦੇ ਬਾਰੇ ਇੰਪੋਰਟੈਂਟ ਫੈਕਟ ਆ ਬੱਚੇ, ਇੱਥੇ ਦੇਖੋ ਇਹਦੇ ਸਮੇਂ 'ਤੇ ਹੋਈ ਸੀ ਵਾਈਟ ਮਿਊਟਨੀ। ਤੁਸੀਂ ਸਭ ਦੇ ਸਮੇਂ ਦੇਖਿਆ ਵੀ ਭਾਰਤੀ ਲੋਕਾਂ ਨੇ ਜਾਂ ਮੁਸਲਿਮ ਨੇ ਆਪਦੇ ਹੱਕਾਂ ਦੇ ਲਈ ਯੁੱਧ ਸੀਗੇ ਜਿਹੜੇ, ਜਾਂ ਫਿਰ ਰਿਵੋਲਟ ਸੀ ਕੀਤੇ, ਪਰ ਇਹਦੇ ਸਮੇਂ ਵਾਈਟ ਮਿਊਟਨੀ ਵੀ ਹੋਈ ਸੀ ਜਿਹੜੀ ਕਿ ਬ੍ਰਿਟਿਸ਼ ਸੋਲਜਰਾਂ ਨੇ ਹੀ ਕੀਤੀ ਸੀ, ਠੀਕ ਆ, ਜਿਹੜੀ ਕਿ ਬ੍ਰਿਟਿਸ਼ ਸੋਲਜਰਾਂ ਨੇ ਹੀ ਸ਼ੁਰੂ ਕੀਤੀ ਸੀਗੀ। ਔਰ ਇਹ ਬੇਸਿਕਲੀ ਮੁੰਗੇਰ ਦੇ ਵਿੱਚ ਹੋਈ ਸੀ, ਜਿਹੜੀ ਜਗ੍ਹਾ ਕਿ ਬਿਹਾਰ ਦੇ ਵਿੱਚ, ਠੀਕ ਆ। ਤਾਂ ਇਹਨੂੰ ਕੀਤਾ ਕਿਉਂ ਸੀ? ਕਿਉਂਕਿ ਉਹਨਾਂ ਦੇ ਜਿਹੜੇ ਡਬਲ ਅਲਾਇੰਸ ਮਿਲਦੇ ਸੀ ਉਹਨਾਂ ਨੂੰ, ਉਹ ਇਹਨੇ ਕੀ ਕਰਤੇ ਸੀਗੇ? ਖਤਮ ਕਰਤੇ ਸੀਗੇ, ਠੀਕ ਆ। ਔਰ ਹੋਰ ਇਹਦਾ ਇੰਪੋਰਟੈਂਟ ਕੰਮ ਕੀ ਆ? ਇਹਨੇ ਟੈਕਸ ਆਪਣੇ ਜਿਹੜੇ ਗਵਰਨਮੈਂਟ ਇੰਪਲਾਈਜ਼ ਸੀਗੇ ਉਹਨਾਂ ਨੂੰ ਗਿਫਟ ਲੈਣ ਤੋਂ ਰੋਕ ਲਾਤੀ। ਇਹ ਇੰਪੋਰਟੈਂਟ ਕੰਮ ਆ। ਔਰ ਜਿਹੜਾ ਇਹਦਾ ਸਭ ਤੋਂ ਹੀ ਖਾਸ ਫੈਕਟ ਆ ਬੱਚੇ, ਇਹਨੂੰ ਤੁਸੀਂ ਵੈਰੀ ਇੰਪੋਰਟੈਂਟ ਮਾਰਕ ਕਰਨਾ, ਕਿਉਂਕਿ ਇਹੋ ਜਿਹੇ ਸਿੱਧੇ ਸਟੇਟਮੈਂਟ ਦੇ ਵਿੱਚ ਬਣਦੇ ਆ। ਮੈਂ ਨੀਚੇ ਬਾਕਸ ਲਾਇਆ, ਇੱਥੇ ਮੈਂ ਇੱਥੇ ਲਿਖੂੰਗਾ ਇਹਨੂੰ, ਠੀਕ ਹੈ, ਜਿੱਥੇ ਹਾਈਲਾਈਟਰ ਦੇਖ ਰਹੇ ਹੋ ਤੁਸੀਂ। ਦੇਖੋ ਬੱਚੇ, ਓਨਲੀ ਗਵਰਨਰ, ਮੂਰੇ ਸ਼ਬਦ ਲਿਖਣਾ ਆਪਾਂ ਓਨਲੀ ਦਾ ਮਤਲਬ ਆ ਵੀ ਸਿਰਫ ਇਹੀ ਆ ਬੱਚੇ ਜਿਹਨੇ ਸੁਸਾਈਡ ਕਰਿਆ ਹੋਵੇ। ਬਾਕੀ ਜਿੰਨੇ ਆਪਣੇ ਆਉਣਗੇ ਕਿਸੇ ਨੇ ਸੁਸਾਈਡ ਨਹੀਂ ਕੀਤਾ। ਇਹ ਤੋਂ ਬਿਨਾਂ ਆਪਾਂ 2-3 ਹੋਰ ਵੀ ਓਨਲੀ ਲਾ ਕੇ ਪੜ੍ਹਨੇ ਆ, ਬਟ ਜਦੋਂ ਉਹ ਆਉਣਗੇ ਉਦੋਂ ਆਪਾਂ ਉਹਨਾਂ ਦੇ ਪੁਆਇੰਟ ਨੇ ਬੱਚੇ ਉਹ ਡਿਸਕਸ ਕਰਾਂਗੇ। ਤਾਂ ਓਨਲੀ ਗਵਰਨਰ ਜਿਹਨੇ ਸੁਸਾਈਡ ਕਰਿਆ ਸੀਗਾ, ਠੀਕ ਆ, ਕਿਉਂਕਿ ਇਹਨੂੰ ਲੁੱਟਣ ਦਾ ਨਾਮ ਲੈ ਕੇ ਉੱਥੇ ਮਤਲਬ ਕਿ ਕਾਫੀ ਜਲੀਲ ਕੀਤਾ ਗਿਆ ਸੀਗਾ, ਤਾਂ ਕਰਕੇ। ਇਸ ਤੋਂ ਬਾਅਦ ਬੱਚੇ ਦੇਖੋ, ਇਸ ਤੋਂ ਬਾਅਦ ਆਪਾਂ ਪੜ੍ਹਦੇ ਹੁੰਦੇ ਹਾਂ ਵਾਰਨ ਹੈਸਟਿੰਗ, ਪਰ ਇਹ ਨਹੀਂ ਵੀ ਵਾਰਨ ਹੈਸਟਿੰਗ ਤੋਂ ਪਹਿਲਾਂ ਵੀ ਆਏ ਸੀਗੇ। ਹੈਨਰੀ ਆਇਆ ਸੀਗਾ, ਠੀਕ ਆ, ਅਤੇ ਹੈਰੀ ਆਇਆ ਸੀ, ਵਿਲੀਅਮ ਹਾਲਵੈਲ ਆਇਆ ਸੀ। ਤਾਂ ਇਹ ਵਾਲੇ ਇਸ ਤੋਂ ਪਹਿਲਾਂ ਵੀ ਆ ਚੁੱਕੇ ਆ। ਤਾਂ ਹੁਣ ਇਹ ਵਾਲਾ ਫੈਕਟ ਤੁਹਾਨੂੰ ਬਿਲਕੁਲ ਕਲੀਅਰ ਹੋ ਗਿਆ ਹੋਊਗਾ ਰੋਬਰਟ ਕਲਾਈਵ ਦੇ ਬਾਰੇ। ਜੇ ਬੱਚੇ ਇਹਦੇ ਬਾਰੇ ਕੋਈ ਇੱਕ ਅੱਧਾ ਫੈਕਟ ਆਇਆ, ਆਪਾਂ ਕੁਐਸਚਨ ਦੇ ਅਕੋਰਡਿੰਗਲੀ ਹੋਰ ਕਰ ਲਾਂਗੇ। ਵੈਸੇ ਤਾਂ ਮੈਂ ਤੁਹਾਨੂੰ ਇਹਦੇ ਤਕਰੀਬਨ ਸਾਰੇ ਫੈਕਟ ਕਰਵਾਈ ਚੁੱਕਿਆ ਗਾ। ਤਾਂ ਹੁਣ ਇਹ ਤੋਂ ਬਿਨਾਂ ਜਿਹੜਾ ਇੱਕ ਇੰਪੋਰਟੈਂਟ ਆ ਵਾਰਨਿੰਗ ਹੈਸਟਿੰਗ ਤੋਂ ਪਹਿਲਾਂ, ਆਪਾਂ ਉਹਨੂੰ ਵੀ ਕਵਰ ਕਰਨਾ ਹੁਣ, ਠੀਕ ਆ। ਤਾਂ ਦੇਖੋ ਬੱਚੇ, ਇਸ ਤੋਂ ਬਾਅਦ ਇੱਕ ਆਇਆ ਸੀ ਵਿਲੀਅਮ ਹਾਲਵੈਲ। ਵਿਲੀਅਮ ਹਾਲਵੈਲ ਸੀਗਾ ਜਿਹੜਾ, ਇਹ 1760 ਦੇ ਵਿੱਚ ਇਹ ਵਾਲਾ ਸੀਗਾ ਜਿਹੜਾ ਆਇਆ ਸੀ। ਤਾਂ ਸਿਰਾਜੂਦੌਲਾ ਨੇ ਮਤਲਬ ਕਿ 146 ਲੋਕਾਂ ਨੂੰ ਕਾਲ ਕੋਠੜੀ ਦੇ ਵਿੱਚ ਬੰਦ ਕਰਿਆ। ਕੀ ਨੇ? ਸਿਰਾਜੂਦੌਲਾ 146 ਲੋਕਾਂ ਨੂੰ ਇਹਨੇ ਕੀ ਕੀਤਾ? ਬੰਦ ਕੀਤਾ ਕਾਲ ਕੋਠੜੀ ਦੇ ਵਿੱਚ।
ਤਾਂ ਉਹਨਾਂ ਦੇ ਵਿੱਚੋਂ 123 ਲੋਕ ਮਰ ਗਏ। ਜਿਹੜੇ 23 ਦੇ ਵਿੱਚੋਂ ਬਰਥੋਂ ਮਤਲਬ ਕਿ ਭੱਜ ਕੇ ਨਿਕਲ ਗਏ, ਉਹਨਾਂ ਦੇ ਵਿੱਚੋਂ ਇੱਕ ਬਚ ਕੇ ਜਿਹੜਾ ਨਿਕਲਿਆ ਉਹ ਸੀਗਾ ਵਿਲੀਅਮ ਹੌਲਵੈਲ। ਤਾਂ ਇਹਨੇ ਇਹ ਵਾਲੀ ਜਿਹੜੀ ਕਾਲ ਕੋਠੜੀ ਵਾਲੀ ਘਟਨਾ ਦੱਸੀ ਹੈ, ਇਸ ਨੂੰ ਅਸੀਂ ਜਾਣਦੇ ਹਾਂ ਹਿਸਟਰੀ ਦੇ ਵਿੱਚ ਬਲੈਕ ਹੋਲ ਟ੍ਰੈਜਡੀ ਦੇ ਨਾਮ ਨਾਲ। ਤਾਂ ਬੱਚੇ ਤੁਹਾਨੂੰ ਬਲੈਕ ਹੋਲ ਟ੍ਰੈਜਡੀ ਆ ਜੇ, ਉਹਦਾ ਨਾਮ ਤੁਸੀਂ ਲਾਓਗੇ ਵਿਲੀਅਮ ਹੌਲਵੈਲ ਨਾਲ। ਕਿਹਨੇ ਕੈਦ ਕੀਤੇ ਸੀ? ਸਿਰਾਜੂ ਦੌਲਾ ਨੇ। ਕਿੰਨੇ ਜਾਣੇ ਕੈਦ ਕੀਤੇ ਸੀ? 146 ਜਾਣੇ ਸੀਗੇ ਜਿਹੜੇ ਉਹਦੇ ਵਿੱਚ ਕੈਦ ਕੀਤੇ ਗਏ ਸੀ। ਤਾਂ ਕਲੀਅਰ ਬੱਚੇ? ਇੱਕ ਮਿੰਟ ਆਪਾਂ ਇੱਥੇ ਹੋਰ ਪੇਜ ਐਡ ਕਰ ਲਈਏ। ਹਾਂ ਤਾਂ ਬੱਚੇ ਆਪਾਂ ਗੱਲ ਕਰ ਰਹੇ ਸੀ, ਇਸ ਤੋਂ ਬਾਅਦ ਆਪਾਂ ਵਿਲੀਅਮ ਹੌਲਵੈਲ ਦੀ ਗੱਲ ਕੀਤੀ ਆ, ਜਾਣੀ ਕਿ ਜਿਹਨੂੰ ਆਪਾਂ ਬਲੈਕ ਹੋਲ ਟ੍ਰੈਜਡੀ ਦੇ ਨਾਮ ਨਾਲ ਜਾਣਦੇ ਹਾਂ, ਠੀਕ ਆ। ਤਾਂ ਉਹਨਾਂ ਦੇ ਬਾਰੇ ਬੱਚੇ ਬੇਸਿਕਲੀ ਸੌਰੀ ਬੱਚੇ, ਉਹ ਨਾ ਮਾਊਸ ਦੀ ਪ੍ਰੋਬਲਮ ਆ ਗਈ ਸੀ। ਸੋ ਤੁਹਾਨੂੰ ਰੋਬਰਟ ਕਲਾਈਵ ਬਿਲਕੁਲ ਕਲੀਅਰ ਆ। ਹੁਣ ਦੇਖੋ ਬੱਚੇ, ਆਪਾਂ ਇੱਕ ਗੱਲ ਕਰਨੀ ਹੈ ਇਸ ਤੋਂ ਬਾਅਦ ਵਾਰਨਿੰਗ ਹੈਸਟਿੰਗ ਦੇ ਬਾਰੇ, ਠੀਕ ਆ। ਵਿਲੀਅਮ ਹੌਲਵੈਲ ਗੱਲ ਕਰ ਲਈ। ਤਾਂ 1764 ਦੇ ਵਿੱਚ ਜਿਹੜਾ ਬਕਸਰ ਦਾ ਬੈਟਲ ਹੋਈ ਸੀ ਬੱਚੇ, ਉਹਦੇ ਵਿੱਚ 3 ਸੈਨਾ ਸੀਗੀਆਂ। ਇੱਕ ਪਾਸੇ ਸ਼ਾਹ ਆਲਮ, ਦੂਸਰਾ ਮੀਰ ਕਾਸਮ ਸਿਰਾਜੂਦੌਲਾ, ਔਰ ਉੱਧਰੋਂ ਅੰਗਰੇਜ਼ਾਂ ਵੱਲੋਂ ਸੀ ਹੈਕਟਰ ਮਨਰੋ। ਤਾਂ ਇਹ ਤੁਸੀਂ ਫੈਕਟ ਆ ਜਿਹੜਾ ਸਿੱਧਾ ਧਿਆਨ ਦੇ ਵਿੱਚ ਰੱਖਣਾ। ਇਸ ਤੋਂ ਬਾਅਦ ਦੇਖੋ, ਜਿਹੜਾ ਇਹਨੇ ਡੈਰਕੀ ਲਾਈ ਸੀ ਬੰਗਾਲ ਦੇ ਵਿੱਚ, ਠੀਕ ਆ, ਜਿਹੜੀ ਮਤਲਬ ਕਿ ਡੈਰਕੀ ਲਾਈ ਗਈ ਸੀ ਕਿੱਥੇ? ਬੰਗਾਲ ਦੇ ਵਿੱਚ। ਕਿਹਨੇ ਲਾਈ ਸੀ ਇਹ? ਰੋਬਰਟ ਕਲਾਈਵ ਨੇ। ਤਾਂ ਇਹਨੂੰ ਖ਼ਤਮ ਕਰਨ ਦੇ ਲਈ ਭੇਜਿਆ ਗਿਆ ਸੀ ਫਿਰ ਵਾਰਨਿੰਗ ਹੈਸਟਿੰਗਸ ਨੂੰ, ਠੀਕ ਆ। ਤਾਂ ਵਾਰਨਿੰਗ ਹੈਸਟਿੰਗਸ ਨੂੰ ਭੇਜਿਆ ਗਿਆ ਸੀ। ਤਾਂ ਇਹਦਾ ਜਿਹੜਾ ਟਾਈਮ ਪੀਰੀਅਡ ਸੀ ਇਹ ਸੀਗਾ 1772 ਤੋਂ ਲੈ ਕੇ 1785 ਤੱਕ। ਦੇਖੋ ਬੱਚੇ, ਇਹਦੇ 'ਚ ਆਉਂਦੇ ਹੀ ਇਹਨੇ ਕੀ ਕੀਤਾ ਸੀਗਾ? ਐਬੋਲਿਸ਼ਨ ਮਤਲਬ ਕਿ ਖ਼ਤਮ ਕਰਤੀ ਸੀ ਜਿਹੜੀ ਡੈਰਕੀ ਬੰਗਾਲ ਦੇ ਵਿੱਚ ਲਾਈ ਗਈ ਸੀ। ਤਾਂ ਹੋਰ ਇਹਦੇ ਬਾਰੇ ਸਿੱਧਾ ਫੈਕਟ ਕੀ ਆ ਸਕਦਾ ਤੁਹਾਨੂੰ? ਤਾਂ ਇਹਨੇ ਆਉਂਦੇ ਨੇ ਡੀਸੀ ਦੀ ਪੋਸਟ। ਤੁਸੀਂ ਸਭ ਸਿਵਲ ਦੀ ਤਿਆਰੀ ਕਰਦੇ ਹੋ, UPSC ਦਾ ਐਗਜ਼ਾਮ ਕਲੀਅਰ ਕਰਕੇ ਤੁਸੀਂ IAS ਬਣੋਗੇ। IAS ਦੇ ਵਿੱਚੋਂ ਤੁਹਾਨੂੰ ਡਿਸਟ੍ਰਿਕਟ ਕਲੈਕਟਰ ਬਣਨਾ ਤੁਸੀਂ ਸਭ ਚਾਹੁੰਦੇ ਹੋਵੋਗੇ ਬੱਚੇ। ਪਰਮਾਤਮਾ ਕਰੇ ਤੁਹਾਡੀ ਸਭ ਦੀ ਇੱਛਾ ਪੂਰੀ ਹੋਵੇ, ਮਿਹਨਤ ਕਰੋ ਤੁਸੀਂ। ਤਾਂ 1772 ਦੇ ਵਿੱਚ ਡਿਸਟ੍ਰਿਕਟ ਕਲੈਕਟਰ ਦੀ ਪੋਸਟ ਆ ਜਿਹੜੀ, ਉਹ ਵੀ 1772 ਦੇ ਵਿੱਚ ਵਾਰਨਿੰਗ ਹੈਸਟਿੰਗ ਨੇ ਬਣਾਈ ਸੀ, ਠੀਕ ਆ। ਤਾਂ ਇਹਦੇ ਸਮੇਂ 'ਤੇ ਹੀ ਅਗਲੇ ਸਾਲ ਫਿਰ ਆਉਂਦਾ ਜਿਹੜਾ ਕਿ ਇਹਨਾਂ ਦਾ ਚਾਰਟਰ ਐਕਟ ਜਾਂ ਫਿਰ ਰੈਗੂਲੇਟਿੰਗ ਐਕਟ, ਠੀਕ ਆ। ਇਹ ਵਾਲਾ ਐਕਟ ਆਇਆ ਸੀ ਜਿਹੜਾ, ਇਹਦੇ ਸਮੇਂ ਆਇਆ। ਤਾਂ ਉਦੋਂ ਬੱਚੇ ਦੇਖੋ, ਪਹਿਲਾਂ ਹੁੰਦੇ ਸੀ ਇਹ ਗਵਰਨਰ। ਹੁਣ ਗਵਰਨਰ ਤੋਂ ਕਰਤਾ ਇਹ ਗਵਰਨਰ ਜਨਰਲ ਆਫ ਬੰਗਾਲ। ਤਾਂ ਆਹ ਚੀਜ਼ ਤੁਹਾਨੂੰ ਕਲੀਅਰ ਆ। ਮਤਲਬ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਆ? ਵਾਰਨਿੰਗ ਹੈਸਟਿੰਗ ਆ। ਤਾਂ ਇਹਦੇ ਬਾਰੇ ਬੱਚੇ ਪੁਆਇੰਟ ਕਲੀਅਰ ਆ। ਫਿਰ ਇਸ ਤੋਂ ਬਾਅਦ ਇਸੇ ਨੇ 1774 ਦੇ ਵਿੱਚ ਆਪਣੀ ਜਿਹੜੀ ਫਸਟ ਸੁਪਰੀਮ ਕੋਰਟ ਬਣੀ ਸੀ, ਸੁਪਰੀਮ ਕੋਰਟ ਇਹ ਕਿੱਥੇ ਬਣੀ ਸੀ? ਕਲਕੱਤੇ। ਅਤੇ ਫੈਡਰਲ ਕੋਰਟ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਪੋਲਿਟੀ ਵਾਲੇ ਟੌਪਿਕ ਦੇ ਵਿੱਚ ਕਰਵਾਈ ਸੀ। ਤਾਂ ਉਹਦੇ 'ਚੋਂ ਬੱਚੇ ਦੇਖ ਲੈਣੀ ਆ। ਔਰ ਇੱਕ ਇੰਪੋਰਟੈਂਟ ਫੈਕਟ, ਇਹਦੇ ਸਮੇਂ 'ਤੇ ਹੀ ਪਬਲਿਸ਼ ਹੋਇਆ ਸੀਗਾ ਆਪਣੇ ਇੰਡੀਆ ਦਾ ਜਿਹੜਾ ਫਸਟ ਨਿਊਜ਼ਪੇਪਰ ਸੀਗਾ, ਉਹ ਵੀ ਪਬਲਿਸ਼ ਹੋਇਆ ਸੀ। ਫਸਟ ਨਿਊਜ਼ਪੇਪਰ ਜਿਹਨੂੰ ਅਸੀਂ ਨਾਮ ਨਾਲ ਜਾਣਦੇ ਹਾਂ ਬੰਗਾਲ ਗੈਜ਼ਟ, ਠੀਕ ਆ। ਤਾਂ ਇਹ ਵਾਲਾ ਵੀ ਕਿਹਦੇ ਸਮੇਂ 'ਤੇ ਪਬਲਿਸ਼ ਹੋਇਆ ਸੀ? ਇਹ ਪਬਲਿਸ਼ ਹੋਇਆ ਸੀਗਾ ਇਹਦੇ ਸਮੇਂ। ਤਾਂ ਬੱਚੇ, ਇਹਨੂੰ ਪਬਲਿਸ਼ ਕਰਨ ਵਾਲਾ ਬੰਦਾ ਕੌਣ ਸੀਗਾ? ਉਹਦਾ ਤੁਸੀਂ ਨਾਮ ਕਮੈਂਟ ਕਰਕੇ ਦੱਸਣਾ, ਔਰ ਕਿਹੜੀ ਭਾਸ਼ਾ ਦੇ ਵਿੱਚ ਕਿੱਥੋਂ ਪਬਲਿਸ਼ ਹੋ ਰਿਹਾ ਸੀ? ਬੰਗਾਲ ਗੈਜ਼ਟ, ਠੀਕ ਆ। ਤਾਂ ਇੱਕ ਇਹਨੇ ਕਲਕੱਤੇ ਦੇ ਵਿੱਚ ਹੀ ਬੱਚੇ ਮਿੰਟ ਬਣਵਾਈ ਸੀ। ਦੇਖੋ, ਕਲਕੱਤੇ ਦੇ ਵਿੱਚ ਹੀ ਇਹਨੇ ਜੁਡੀਸ਼ਰੀ ਸੁਪਰੀਮ ਕੋਰਟ ਬਣਾਈ ਸੀ, ਔਰ ਇੱਥੇ ਹੀ ਇਹਨੇ ਇੱਕ ਇਸਟੈਬਲਿਸ਼ ਕੀਤੀ ਸੀ ਮਿੰਟ, ਜਾਣੀ ਕਿ ਜਿੱਥੇ ਸਿੱਕੇ ਇਹਨਾਂ ਦੇ ਬਣਦੇ ਸੀ। ਬਾਕੀ ਇਹਦੇ ਸਮੇਂ ਐਕਟ ਆਫ ਸੈਟਲਮੈਂਟ 1781 ਆਇਆ ਸੀ। 1784 ਦੇ ਵਿੱਚ ਪਿਟਸ ਇੰਡੀਆ ਐਕਟ, ਉਹ ਵੀ ਇਹਦੇ ਸਮੇਂ ਆਇਆ। ਬੱਚੇ ਦੇਖੋ, ਓਨਲੀ ਆਪਾਂ ਪਹਿਲਾਂ ਕਰਿਆ ਸੀ ਨਾ, ਓਨਲੀ ਜਿਹਨੇ ਸੁਸਾਈਡ ਕੀਤਾ। ਹੁਣ ਇੱਥੇ ਲਿਖ ਰਹੇ ਹਾਂ ਓਨਲੀ ਜਿਹਦੇ ਉੱਤੇ ਇੰਪੀਚਮੈਂਟ ਲੱਗੀ ਹੋਵੇ। ਅਤੇ ਇੰਪੀਚਮੈਂਟ ਨੂੰ ਜੇ ਆਪਾਂ ਪੋਲਿਟੀ ਦੇ ਨਾਲ ਜੋੜ ਕੇ ਦੇਖੀਏ ਬੱਚੇ, ਆਪਣੇ ਪੋਲਿਟੀ ਸੰਵਿਧਾਨ ਦੇ ਵਿੱਚ ਸਿਰਫ ਇੱਕ ਪੋਸਟ ਦੇ ਲਈ ਆ ਜਿਹੜਾ ਇੰਪੀਚਮੈਂਟ ਵਰਡ ਯੂਜ਼ ਕੀਤਾ ਗਿਆ। ਤਾਂ ਉਹ ਤੁਸੀਂ ਦੱਸਣਾ ਵੀ ਕਿਹੜੇ ਆਰਟੀਕਲ ਦੇ ਵਿੱਚ ਆ, ਕਿਹੜੀ ਪੋਸਟ ਦੇ ਲਈ ਓਨਲੀ ਇੱਕ ਪੋਸਟ ਦੇ ਲਈ ਇੰਪੀਚਮੈਂਟ ਲਾ ਕੇ ਹਟਾਇਆ ਜਾ ਸਕਦਾ, ਕਿ ਉਹ ਪੋਸਟ ਪ੍ਰਾਈਮ ਮਿਨਿਸਟਰ ਦੀ ਆ, ਪ੍ਰੈਜ਼ੀਡੈਂਟ ਦੀ ਆ, ਜਾਂ ਫਿਰ ਚੀਫ ਜਸਟਿਸ ਆਫ ਇੰਡੀਆ ਦੀ, ਜਾਂ ਫਿਰ ਇਲੈਕਸ਼ਨ ਕਮਿਸ਼ਨਰ ਦੀ ਆ, ਇਲੈਕਸ਼ਨ ਕਮਿਸ਼ਨਰ ਦੀ ਆ, ਠੀਕ ਆ। ਤਾਂ ਇਹਨਾਂ ਦੇ ਵਿੱਚੋਂ ਬੱਚੇ ਤੁਸੀਂ ਵਿਦ ਆਰਟੀਕਲ ਇਹਦਾ ਜਵਾਬ ਆ ਜਿਹੜਾ ਉਹ ਦੇਣਾ। ਤਾਂ ਹੁਣ ਇਹ ਤਾਂ ਬੱਚੇ ਰਹੇ ਆਪਣੀ ਪੁਆਇੰਟ ਸੀਗੇ ਜਿਹੜੇ ਵਾਰਨਿੰਗ ਹੈਸਟਿੰਗ ਅਤੇ ਰੋਬਰਟ ਕਲਾਈਵ ਦੇ ਬਾਰੇ।
ਤਾਂ ਹੁਣ ਆਪਣਾ ਕੁਐਸਚਨ ਨੂੰ ਆਪਾਂ ਦੇਖਦੇ ਹਾਂ। ਤਾਂ ਪਬਲਿਕ ਵਰਕਸ ਡਿਪਾਰਟਮੈਂਟ ਆ, ਤਾਂ ਇਹਦੇ 'ਚ ਬੱਚੇ ਇਹਨਾਂ ਨੇ ਪੁੱਛਿਆ ਸੀਗਾ ਕਿ ਇਹਦੇ ਵਿੱਚੋਂ ਪਬਲਿਕ ਵਰਕਸ ਡਿਪਾਰਟਮੈਂਟ ਆ ਜਿਹੜਾ ਇਹ ਕਿਹਦੇ ਸਮੇਂ ਦੇ ਉੱਤੇ ਸ਼ੁਰੂ ਜਿਹੜਾ ਸੀਗਾ ਕੀਤਾ ਗਿਆ ਸੀ। ਦੇਖੋ ਬੱਚੇ ਇਹ ਬਹੁਤ ਇੰਪੋਰਟੈਂਟ ਆ, 1845 ਤੋਂ ਲੈ ਕੇ ਜੜ ਤਾਂ ਇਹਦੇ 'ਤੇ ਆਪਣਾ ਇਹ ਜਿਹੜਾ ਟਾਈਮ ਪੀਰੀਅਡ ਰਿਹਾ ਇਹ ਹੈਗਾ ਲਾਰਡ ਡਲਹੌਜੀ ਦਾ। ਤਾਂ ਇਹਦੀ ਕਰੈਕਟ ਆਪਸ਼ਨ ਕੀ ਆ? ਏ, ਲਾਰਡ ਡਲਹੌਜੀ ਦੇ ਸਮੇਂ ਦੇ ਸੀ। ਬਾਕੀ ਲਾਰਡ ਡਲਹੌਜੀ ਨੂੰ ਕਾਹਦੇ ਨਾਮ ਨਾਲ ਜਾਣਿਆ ਜਾਂਦਾ? ਡਾਕਟਰਾਈਨ ਆਫ ਲੈਪਸ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹੜੱਪ ਦੀ ਨੀਤੀ। ਤਾਂ ਬੱਚੇ ਕਲੀਅਰ ਆ ਤੁਹਾਨੂੰ। ਬਾਕੀ ਇਹਦੇ ਸਮੇਂ ਹੀ ਆਪਾਂ ਪੰਜਾਬ ਦੀ ਹਿਸਟਰੀ ਵਿੱਚ ਮੈਂ ਤੁਹਾਨੂੰ ਯੁੱਧ ਪੰਜਾਬ ਦੇ ਬੈਟਲ ਕਰਵਾਊਂਗਾ। ਤਾਂ ਇਹਦੇ 'ਚ ਹੋਇਆ ਸੀ ਸੈਕੰਡ ਐਂਗਲੋ ਸਿੱਖ ਵਾਰ। ਤਾਂ ਇਹਦੇ 'ਚ ਕੌਣ ਸੀਗਾ? ਮਹਾਰਾਜਾ ਦਲੀਪ ਸਿੰਘ ਸੀਗਾ। ਅਤੇ ਮਹਾਰਾਜਾ ਦਲੀਪ ਨੂੰ ਇਹਨਾਂ ਨੇ ਕੀ ਕਰਿਆ? ਪੈਨਸ਼ਨਰ ਬਣਾ ਕੇ ਕਿੱਥੇ ਭੇਜਦਾ ਸੀਗਾ? ਲੰਡਨ ਭੇਜਦਾ ਸੀ। ਔਰ ਮਹਾਰਾਜਾ ਦਲੀਪ ਸਿੰਘ ਨੇ ਹੀ ਜਿਹੜਾ ਕੋਹੀਨੂਰ ਸੀਗਾ ਡਾਇਮੰਡ ਉਹ ਦਿੱਤਾ ਸੀਗਾ 1843 ਦੇ ਵਿੱਚ ਰਾਣੀ ਨੂੰ। ਠੀਕ ਆ। ਅਤੇ ਕਿਹੜੀ ਕੁਈਨ ਸੀ ਬੱਚੇ ਜਿਹਨੂੰ ਇਹ 1843 ਦੇ ਵਿੱਚ ਦਿੱਤਾ ਗਿਆ ਸੀਗਾ? ਉਹ ਤੁਸੀਂ ਕਮੈਂਟ ਕਰਕੇ ਜ਼ਰਾ ਦੱਸਣ ਦੀ ਕੋਸ਼ਿਸ਼ ਕਰਨੀ। ਬਾਕੀ ਜਿਹੜੀ ਇਹਦੀ ਹੜੱਪ ਦੀ ਨੀਤੀ ਸੀ ਇਹ ਇੰਪੋਰਟੈਂਟ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਇਹਨੇ ਕਿਹੜਾ ਹੜੱਪਿਆ ਸੀ? 17। ਔਰ ਜੇ ਤੁਹਾਨੂੰ ਅਜੇ ਵੀ ਸਭ ਤੋਂ ਲਾਸਟ ਦੇ ਉੱਤੇ ਆਉਂਦਾ ਜ਼ਿਆਦਾਤਰ ਤਾਂ ਉਹਦੇ 'ਚ ਬੱਚੇ ਵੈਸੇ ਤਾਂ ਹੁਣ 99% ਕੇਸਾਂ ਦੇ ਵਿੱਚ ਅਬਦ ਹੀ ਆ ਜਿਹੜਾ ਇਹਨੂੰ ਆਪਾਂ ਕਹਿੰਦੇ ਆ, ਪਰ ਕਈ ਆਪਸ਼ਨਾਂ ਦੇ ਵਿੱਚ ਜੇ ਤੁਹਾਨੂੰ ਆ ਜੇ ਵੀ ਕਰੌਲੀ, ਹੁਣ ਇਹ ਐਗਜ਼ਾਮੀਨਰ 'ਤੇ ਆ ਬੱਚੇ, ਉਹ ਤੁਹਾਨੂੰ ਕਰੌਲੀ ਮੰਨ ਕੇ ਕਰਵਾਊਗਾ ਜਾਂ ਅਬਦ। ਵੈਸੇ ਲਾਸਟ ਦੇ ਉੱਤੇ ਇਹਨਾਂ ਨੇ ਕਰੌਲੀ ਹੜੱਪਿਆ ਸੀ ਪਰ ਇਹਨੂੰ ਛੱਡ ਦਿੱਤਾ ਗਿਆ ਸੀ, ਸੋ ਕਾਊਂਟ ਕੀਤਾ ਜਾਂਦਾ ਸੀ ਅਬਦ। ਹੁਣ ਇਹ ਉਹਦੇ 'ਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਜਿਹੜਾ ਕੁਐਸਚਨ ਸੈੱਟ ਕੀਤਾ ਉਹ ਕਿੱਥੋਂ ਪੜ੍ਹ ਕੇ ਕੀ ਪੜ੍ਹ ਕੇ ਸੈੱਟ ਕੀਤਾ, ਕਿ ਕੰਡੀਸ਼ਨ ਕੀ ਨੇ। ਮੈਂ ਤੁਹਾਨੂੰ ਦੋਨੋਂ ਹੀ ਇਹਨਾਂ ਨਾਲ ਰੂਬਰੂ ਕਰਵਾਤਾ ਕਿ ਕਿਹੜੇ ਨਾਲ ਕੀ ਹੋਣਾ ਸੀ। ਓਕੇ, ਤਾਂ ਹੁਣ ਬੱਚੇ ਇਹਦੇ ਸਮੇਂ 'ਤੇ ਹੀ ਆਇਆ ਸੀ ਚਾਰਲਸ ਵੁੱਡ ਡਿਸਪੈਚ। ਬੱਚੇ ਵੈਸੇ ਮੈਂ ਤੁਹਾਨੂੰ ਐਜੂਕੇਸ਼ਨ ਰਿਫੋਰਮ ਨੇ ਜਿਹੜੇ ਮੈਂ ਤੁਹਾਨੂੰ ਕਰਵਾਏ ਹੋਏ ਆ, ਤਾਂ ਇਹਦੇ 'ਚ ਚਾਰਲਸ ਵੁੱਡ ਡਿਸਪੈਚ ਆਇਆ ਸੀਗਾ। ਜਿਹੜੀ ਵੈਸੇ ਆ ਸੀਗੀ ਆਪਣੀ ਹੜੱਪ ਦੀ ਨੀਤੀ, ਇਹਦੇ 'ਚ ਇਹ ਹੁੰਦਾ ਸੀ ਵੀ ਜੇ ਕਿਸੇ ਦਾ ਨੈਚੁਰਲ ਵਾਲੀ ਵਾਰਸ ਅੱਗੇ ਨਹੀਂ ਰਹਿੰਦਾ ਸੀ ਕੋਈ ਰਾਜੇ ਦਾ ਬੇਟਾ, ਤਾਂ ਫਿਰ ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਪ੍ਰੋਪਰਟੀ ਸੀ ਉਹ ਇਹ ਆਪਦੇ ਵਿੱਚ ਮਿਲਾ ਲੈਂਦੇ ਸੀ। ਇਹਨੂੰ ਕਹਿੰਦੇ ਸੀ ਡਾਕਟਰੀਨ ਆਫ ਲੈਪਸ, ਹੜੱਪ ਦੀ ਨੀਤੀ, ਹੜੱਪ ਲੈਂਦੇ ਸੀਗੇ। ਠੀਕ ਆ। ਤਾਂ ਚਾਰਲਸ ਵੁੱਡ ਡਿਸਪੈਚ ਇਹ ਕਦੋਂ ਆਇਆ ਸੀ? 1854। ਬਸ ਇੰਨਾ ਕੁ ਯਾਦ ਰੱਖਿਓ। ਤਾਂ ਇਹ ਕਾਹਦੇ ਲਈ ਸੀਗਾ? ਇਹ ਇੰਡੀਅਨ ਐਜੂਕੇਸ਼ਨ ਦੇ ਵਿੱਚ ਰਿਫੋਰਮ ਸੀ ਜਾਂ ਫਿਰ ਭਾਰਤੀ ਸਿੱਖਿਆ ਦੇ ਵਿੱਚ ਸੁਧਾਰਾਂ ਦੇ ਲਈ ਇਹ ਵਾਲਾ ਆਇਆ ਸੀ। ਅਤੇ ਇਹਨੂੰ ਹੀ ਕਿਹਾ ਜਾਂਦਾ ਮੈਗਨਾ ਕਾਰਟਾ ਆਫ ਭਾਰਤੀ ਐਜੂਕੇਸ਼ਨ। ਠੀਕ ਆ। ਇਹਨੂੰ ਕੀ ਕਿਹਾ ਜਾਂਦਾ ਬੱਚੇ? ਮੈਗਨਾ ਕਾਰਟਾ ਆਫ ਇੰਡੀਅਨ ਐਜੂਕੇਸ਼ਨ ਕਿਹਾ ਜਾਂਦਾ। ਔਰ ਇਹਦੇ ਨਾਲ ਹੀ 1857 ਦੇ ਵਿੱਚ ਆਪਾਂ ਪੜ੍ਹਦੇ ਹਾਂ ਵੀ 3 ਕੇਂਦਰੀ ਯੂਨੀਵਰਸਿਟੀਆਂ, ਇੱਕ ਕਲਕੱਤੇ, ਇੱਕ ਬੰਬੇ, ਮਦਰਾਸ, ਜਿਹੜੀਆਂ ਕਿ ਮੇਨ ਇਹਨਾਂ ਦੀਆਂ ਪ੍ਰੈਜ਼ੀਡੈਂਸੀ ਸੀ ਉੱਥੇ ਬਣਾਈਆਂ ਗਈਆਂ ਸੀ। ਔਰ ਨਾਲ ਹੀ ਇਹਨਾਂ ਦਾ ਇੱਕ ਐਜੂਕੇਸ਼ਨ ਬੋਰਡ ਬਣਿਆ ਸੀ, ਐਜੂਕੇਸ਼ਨ ਬੋਰਡ ਵੀ ਬਣਿਆ ਸੀ ਇਹਦੇ ਨਾਲ। ਠੀਕ ਆ। ਅਤੇ ਇੱਕ ਬੱਚੇ ਹੋਰ ਇਹਦੇ 'ਚ ਇੰਪੋਰਟੈਂਟ ਫੈਕਟ ਆ ਜਿਹੜਾ ਧਿਆਨ ਰੱਖਣਾ ਆਪਾਂ, 1857 ਦੇ ਵਿੱਚ ਜਿਹੜਾ ਵਿਡੋ ਰੀਮੈਰਿਜ ਐਕਟ ਸੀਗਾ ਉਹ ਮਤਲਬ ਕਿ ਰੱਖਿਆ ਇਹਦੇ ਸਮੇਂ, ਮਤਲਬ ਕਿ ਰੱਖਿਆ ਗਿਆ ਸੀਗਾ ਉਹ ਡਲਹੌਜੀ ਦੇ ਸਮੇਂ, ਪਰ ਪਾਸ ਹੋਇਆ ਸੀਗਾ ਉਹ ਕੈਨਿੰਗ ਦੇ ਸਮੇਂ। ਵਿਡੋ ਰੀਮੈਰਿਜ ਐਕਟ ਸੀਗਾ। ਔਰ ਇਹਨੇ ਇੱਕ ਕੰਮ ਹੋਰ ਇੰਪੋਰਟੈਂਟ ਕੀ ਕੀਤਾ ਸੀ? ਇਹਨੇ ਰਾਜਧਾਨੀ ਸ਼ਿਫਟ ਕੀਤੀ ਸੀ। ਰਾਜਧਾਨੀ ਮਤਲਬ ਕਿ ਗਰਮੀ ਤੋਂ ਬਚਣ ਦੇ ਲਈ ਇਹਨੇ ਰਾਜਧਾਨੀ ਕਿੱਥੇ ਬਣਾਈ ਸੀ? ਸ਼ਿਮਲਾ। ਸ਼ਿਮਲਾ ਸ਼ਿਫਟ ਕਰਨ ਵਾਲਾ ਕੌਣ ਸੀਗਾ? ਉਹ ਵੀ ਲਾਰਡ ਡਲਹੌਜੀ ਸੀਗਾ। ਬੱਚੇ ਆਹ ਤਾਂ ਇੱਕ ਇੰਪੋਰਟੈਂਟ ਫੈਕਟ ਨੇ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ। ਇਹਦੇ ਵਿੱਚੋਂ ਅੱਧੇ ਤਾਂ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਨੇ। ਇੱਕ ਇਹਦੇ 'ਚ ਬੱਚੇ ਦੇਖੋ, ਇਹ ਯਾਦ ਰੱਖਣਾ ਤੁਸੀਂ, 1853 ਦੇ ਵਿੱਚ ਚੱਲੀ ਸੀ ਫਸਟ ਟ੍ਰੇਨ, ਮਤਲਬ ਕਿ ਪੈਸੰਜਰ ਇਹਦੇ ਨਾਲ ਹੋਰ ਐਡ ਕਰ ਲਿਓ ਵੀ ਪੈਸੰਜਰ ਟ੍ਰੇਨ ਚੱਲੀ ਸੀ, 34 ਕਿਲੋਮੀਟਰ ਦਾ ਟਰੈਕ ਸੀ। ਔਰ ਬਲੈਕ ਬਿਊਟੀ ਇਹਦਾ ਨਾਮ ਸੀ, ਬੰਬੇ ਤੋਂ ਥਾਣੇ ਤੱਕ ਇਹ ਵਾਲੀ ਚੱਲੀ ਸੀ। ਤਾਂ ਹੋਰ ਇਹ ਬੰਦੇ ਦਾ ਦਿਮਾਗ ਇੰਨਾ ਕੁ ਸੀਗਾ ਵੀ ਇਹਨੇ ਸ਼ੁਰੂ ਕੀਤੀ ਸੀ ਟੈਲੀਗ੍ਰਾਮ ਸਰਵਿਸ ਆ ਜਿਹੜੀ। ਤਾਂ ਇਹਨਾਂ ਨੇ ਪਹਿਲਾ ਤਾਰ ਕਲਕੱਤੇ ਤੋਂ ਆਗਰਾ ਸੀਗਾ ਜਿਹੜਾ ਭੇਜਿਆ ਗਿਆ ਸੀ। ਨਾਲ ਹੀ ਇਹਦੇ ਪਬਲਿਕ ਵਰਕਸ ਡਿਪਾਰਟਮੈਂਟ ਆ ਜਿਹੜਾ ਉਹ ਵੀ ਸ਼ੁਰੂ ਕੀਤਾ ਸੀਗਾ। ਠੀਕ ਆ। ਤਾਂ ਬਾਕੀ ਚਾਰਟਰ ਐਕਟ ਆਇਆ ਸੀ ਇਹਦੇ ਸਮੇਂ 1853 ਦੇ ਸਮੇਂ। ਔਰ ਜਿਹੜਾ ਕਿ ਤੁਸੀਂ ਹੁਣ ਐਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਉਹਦੇ ਓਰੀਐਂਟਡ ਤੁਹਾਨੂੰ ਪਤਾ ਹੋਣਾ ਚਾਹੀਦਾ। ਲਾਰਡ ਡਲਹੌਜੀ ਬਾਰੇ ਇੰਪੋਰਟੈਂਟ ਪੁਆਇੰਟ ਆ, ICS ਯਾਨੀ ਕਿ ਇੰਡੀਅਨ ਸਿਵਲ ਸਰਵਿਸਿਜ਼ ਦੀ ਜਿਹੜੀ ਰਿਟਨ ਦੇ ਵਿੱਚ ਐਗਜ਼ਾਮ ਸੀ ਇਹ ਪਹਿਲਾਂ ਲੰਡਨ ਦੇ ਵਿੱਚ ਹੁੰਦਾ ਸੀ, ਇਹ ਇੰਡੀਆ ਦੇ ਵਿੱਚ ਹੋਣ ਲਾਇਆ।
ਇੰਡੀਆ ਦੇ ਵਿੱਚ ਹੋਣ ਲਾਇਆ, ਇਹ ਵੀ ਕਿਹਨੇ ਲਾਇਆ ਸੀ, ਲਾਰਡ ਡਲਹੌਜੀ ਨੇ। ਤਾਂ ਬੱਚੇ ਡਲਹੌਜੀ ਦੇ ਬਾਰੇ ਜਿਹੜੇ ਇੰਨੇ ਕੁ ਪੁਆਇੰਟ ਸੀਗੇ, ਉਮੀਦ ਕਰਦਾ ਵੀ ਤੁਹਾਨੂੰ ਇਹ ਬਿਲਕੁਲ ਕਲੀਅਰ ਹੋਣਗੇ। ਇਸ ਤੋਂ ਬਾਅਦ ਤੁਸੀਂ ਇਹਨਾਂ ਦੇ ਬਾਰੇ, ਡਲਹੌਜੀ ਦੀ ਜਿਹੜੀ ਆਪਾਂ ਡਾਕਟਰੀਨ ਆਫ ਲੈਪਸ ਦੀ ਗੱਲ ਕਰੀ ਆ, ਉਹਦੇ 'ਚ ਬੱਚੇ ਇਹਨੇ ਮਤਲਬ ਕਿ ਪਹਿਲਾਂ ਕਿਹੜਾ 17 ਸੀਗਾ ਜਿਹੜਾ ਉਹ ਹੜੱਪ ਲਿਆ ਸੀ, ਉਹ ਬਹੁਤ ਇੰਪੋਰਟੈਂਟ ਫੈਕਟ ਆ, ਤੁਹਾਨੂੰ ਪੁੱਛਿਆ ਜਾਊਗਾ ਉਹਦੇ ਬਾਰੇ। ਤੇ ਜਿਹੜਾ ਆਪਾਂ ਗੱਲ ਕਰਦੇ ਸੀ ਬੱਚੇ ਚਾਰਲਸ ਵੁੱਡ ਡਿਸਪੈਚ ਦੀ, ਉਹ ਵੀ ਹੁਣ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਚਲੋ ਹੁਣ ਆਪਾਂ ਚੱਲਦੇ ਹਾਂ ਦੂਸਰੇ ਕੁਐਸਚਨ ਵੱਲ। ਬੱਚੇ ਪਹਿਲੇ ਕੁਐਸਚਨ ਦੇ ਨਾਲ ਜਿੰਨੇ ਫੈਕਟ ਆਪਾਂ ਤੋਂ ਹੋਏ ਉਹਨੇ ਆਪਾਂ ਫੈਕਟ ਕਲੀਅਰ ਕਰਵਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ। ਉਮੀਦ ਕਰਦਾ ਵੀ ਤੁਹਾਨੂੰ ਬਿਲਕੁਲ ਇਹ ਕਲੀਅਰ ਹੁੰਦੇ ਚੱਲ ਰਹੇ ਹੋਣਗੇ। ਜਿਹੜੇ ਬੱਚੇ ਚੈਨਲ 'ਤੇ ਨਵੇਂ ਆ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਹਜੇ ਤੱਕ ਨਹੀਂ ਕੀਤਾ, ਔਰ ਜੇ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ, ਕੰਟੈਂਟ ਸਮਝ ਲੱਗ ਰਿਹਾ, ਦੈਨ ਵੀਡੀਓ ਨੂੰ ਚੱਲਦੇ ਦੌਰਾਨ ਬੱਚੇ ਲਾਈਕ ਕਰਨਾ ਨਾ ਭੁੱਲਿਓ। ਦੇਖੋ ਬੱਚੇ ਦੂਸਰਾ ਦਾ ਪੋਲਿਸੀ ਆਫ ਦਾ ਸਿਕਿਉਰਿਟੀ ਸੈੱਲ ਇਜ਼ ਰਿਲੇਟਡ ਵਿਦ, ਹੁਣ ਜਿਹੜਾ ਦੂਸਰਾ ਕੁਐਸਚਨ ਆਪਣਾ ਵੀ ਸਿਕਿਉਰਿਟੀ ਸੈੱਲ ਵਾਲੀ ਪੋਲਿਸੀ ਆ ਜਿਹੜੀ ਉਹ ਕਿਹਦੇ ਨਾਲ ਰਿਲੇਟ ਕਰਦੀ ਆ, ਤਾਂ ਬੱਚੇ ਇਹਦਾ ਕਰੈਕਟ ਆਨਸਰ ਆ ਜਿਹੜਾ ਉਹ ਵਾਲਾ ਹੈਗਾ ਏ, ਵਾਰਨ ਹੈਸਟਿੰਗਸ। ਠੀਕ ਆ, ਤਾਂ ਇਹਦਾ ਕਰੈਕਟ ਆਨਸਰ ਕੀ ਆ, ਵਾਰਨਿੰਗ ਹੀ ਆਉਂਦਾ ਬੱਚੇ, ਵਾਰਨ ਹੈਸਟਿੰਗ। ਠੀਕ ਆ, ਇੱਕ ਲਾਰਡ ਹੈਸਟਿੰਗ ਆ ਉਹ ਬੱਚੇ ਅਲੱਗ ਆ, ਅਤੇ ਜਿਹੜਾ ਵਾਰਨਿੰਗ ਹੈਸਟਿੰਗ ਆ ਇਹ ਅਲੱਗ ਆ, ਤਾਂ ਦੋਨਾਂ ਦੇ ਵਿੱਚ ਫਰਕ ਆ। ਤਾਂ ਸਿਕਿਉਰਿਟੀ ਸੈੱਲ ਦੀ ਪੋਲਿਸੀ ਕਿਹਦੇ ਨਾਲ ਡੀਲ ਕਰਦੀ ਆ, ਵਾਰਨ ਹੈਸਟਿੰਗਸ ਦੇ ਨਾਲ। ਹੁਣ ਸਿਕਿਉਰਿਟੀ ਸੈੱਲ ਆ ਮਤਲਬ ਕਿ ਇਹਦੇ 'ਚ ਕੀ ਸੀਗਾ, ਮੈਸੂਰ ਅਤੇ ਮਰਾਠਾ ਦੇ ਨਾਲ ਸੰਧੀਆਂ ਜੀਆਂ ਕਰ ਲੈਂਦੇ ਸੀ, ਸਿਕਿਉਰਿਟੀ ਸੈੱਲ ਵਾਂਗੂ ਯੂਜ਼ ਕਰ ਲੈਂਦੇ ਸੀ ਇੱਕ ਦੂਜੇ ਨੂੰ। ਤਾਂ ਬਫਰ ਸਟੇਟ ਵਾਲੀ ਪੋਲਿਸੀ ਵੀ ਅਫਗਾਨਾਂ ਤੋਂ ਬਚਣ ਦੇ ਲਈ ਇਹ ਯੂਜ਼ ਕਰਦੇ ਸੀ, ਜਿਹਨੂੰ ਕਿਹਾ ਜਾਂਦਾ ਸੀ ਰਿੰਗ ਫੈਂਸ ਪੋਲਿਸੀ। ਬਾਕੀ ਬੱਚੇ ਸਿਕਿਉਰਿਟੀ ਸੈੱਲ ਆ ਜਿਹੜਾ ਇਹ ਪੋਲਿਸੀ ਜਬ ਇਹਨੂੰ ਹੋਰ ਵੀ ਨਾਮ ਨਾਲ ਜਾਣਿਆ ਜਾਂਦਾ, ਪੋਲਿਸੀ ਆਫ ਸੀਜ਼, ਮਤਲਬ ਪੋਲਿਸੀ ਆਫ ਸੀਜ਼ ਨੂੰ ਕਰਕੇ ਨਾਮ ਨਾਲ ਵੀ ਜਾਣਿਆ ਜਾਂਦਾ। ਅਤੇ ਇਹ ਵਾਲੀ ਚੱਲੀ ਸੀ 1765 ਤੋਂ ਲੈ ਕੇ 1813 ਤੱਕ। ਇਸ ਤੋਂ ਬਾਅਦ ਚੱਲੀ ਸਬੋਰਡੀਨੇਟ ਸੈਪਰੇਸ਼ਨ ਪੋਲਿਸੀ, ਇਹ 1813 ਤੋਂ ਲੈ ਕੇ 1857 ਤੱਕ ਚੱਲੀ। ਫਿਰ ਇਸ ਤੋਂ ਬਾਅਦ ਸਬੋਰਡੀਨੇਟ ਇਹਦੇ ਨਾਲ ਹੈਗਾ ਹੀ ਹੈਗਾ। ਫਿਰ ਇਹ ਤੋਂ ਬਾਅਦ ਯੂਨੀਅਨ ਪੋਲਿਸੀ ਆ ਗਈ ਕਿਉਂਕਿ ਕਰਾਊਨ ਰੂਲ ਚੱਲ ਪਿਆ, ਤਾਂ ਇਹ ਵਾਲੀ ਚੱਲੀ ਸੀ 1858 ਤੋਂ ਲੈ ਕੇ 1933 ਤੱਕ ਚੱਲੀ। ਅਤੇ ਇਸ ਤੋਂ ਬਾਅਦ ਬੱਚੇ ਇਕੁਅਲ ਯੂਨੀਅਨ ਵਾਲੀ ਚੱਲੀ ਸੀ 1935 ਤੋਂ ਲੈ ਕੇ 1947 ਤੱਕ, ਉਹ ਵਾਲੀ ਜਿਹੜੀ ਪੋਲਿਸੀ ਸੀਗੀ ਉਹ ਸਟਾਰਟ ਕੀਤੀ ਗਈ। ਤਾਂ ਹੁਣ ਵਾਰਨਿੰਗ ਹੈਸਟਿੰਗ ਦੇ ਬਾਰੇ ਆਪਾਂ ਕੁਝ ਕੁ ਇੰਪੋਰਟੈਂਟ ਫੈਕਟ ਨੇ ਜਿਹੜੇ ਇਹਨਾਂ ਨੂੰ ਦੇਖ ਲਈਏ। ਉਮੀਦ ਕਰਦਾ ਬੱਚੇ ਆਹ ਤੁਸੀਂ ਨੋਟ ਕਰ ਲਿਆ ਹੋਊਗਾ, ਸੋ ਆਪਾਂ ਇਹਨੂੰ ਅਰੇਂਜ ਕਰਨ ਲੱਗੇ ਹਾਂ। ਬੱਚੇ ਵਾਰਨਿੰਗ ਹੈਸਟਿੰਗ ਦੇ ਬਾਰੇ ਆਪਾਂ ਜਿੰਨੇ ਕੁ ਪਹਿਲਾਂ ਇੰਪੋਰਟੈਂਟ ਫੈਕਟ ਆਪਣੇ ਬਣਦੇ ਸੀ ਉਹਨਾਂ ਨੂੰ ਆਪਾਂ ਪਹਿਲਾਂ ਆਲਰੇਡੀ ਕਲੀਅਰ ਕਰ ਚੁੱਕੇ ਹਾਂ। ਤਾਂ ਇੰਪੀਚਮੈਂਟ ਇਹਦੇ 'ਤੇ ਲੱਗੀ ਸੀ, ਠੀਕ ਆ, ਇਹ ਤੁਸੀਂ ਦੇਖ ਚੁੱਕੇ ਹੋ। ਅਤੇ DC ਦੀ ਪੋਸਟ ਸੀ ਜਿਹੜੀ, ਤਾਂ ਉਹ ਵੀ ਵਾਰਨਿੰਗ ਹੈਸਟਿੰਗ ਨੇ ਸ਼ੁਰੂ ਕੀਤੀ ਸੀਗੀ। ਤਾਂ ਗਵਰਨਰ ਜਨਰਲ ਬਣਨ ਵਾਲਾ ਕੌਣ ਸੀਗਾ, ਇਹ ਵੀ ਆਪਣਾ ਸੀਗਾ ਹੈਸਟਿੰਗ। ਇਹ ਵਾਲਾ ਤੁਹਾਨੂੰ ਫੈਕਟ ਬਿਲਕੁਲ ਕਲੀਅਰ ਹੋਊਗਾ। ਇਸ ਤੋਂ ਬਾਅਦ ਬੱਚੇ ਦੇਖੋ ਇਹਦੇ ਨਾਲ ਹੀ ਆਪਾਂ ਇੱਕ ਫੈਕਟ ਹੋਰ ਕਰਨਾ, ਜਿਹੜਾ ਲਾਰਡ ਕਾਰਨਵਾਲਿਸ ਆ, ਤਾਂ ਇਹਦੇ ਬਾਰੇ ਵੀ ਆਪਾਂ 2-4 ਫੈਕਟ ਆ ਜਿਹੜੇ ਨਾਲ ਹੀ ਹੁਣ ਦੇਖ ਲੈਂਦੇ ਹਾਂ। ਅਤੇ ਇਹਦਾ ਜਿਹੜਾ ਟਾਈਮ ਪੀਰੀਅਡ ਹੈ 1786 ਤੋਂ ਲੈ ਕੇ 1793 ਤੱਕ ਰਹਿਣ ਵਾਲਾ ਰਿਹਾ ਸੀਗਾ ਜਿਹੜਾ। ਤਾਂ ਇਹਦੀ ਓਨਲੀ ਇਹ ਜਿਹਦੀ ਕਬਰ ਭਾਰਤ ਦੇ ਵਿੱਚ ਆ, ਕਬਰ ਭਾਰਤ ਦੇ ਵਿੱਚ ਆ ਬੱਚੇ ਦੇਖੋ, ਯੂਪੀ, ਬਿਹਾਰ, MP, ਇਹ ਤਿੰਨਾਂ ਦੇ ਵਿੱਚੋਂ ਇੱਕ ਜਗ੍ਹਾ ਦੇ ਉੱਤੇ ਇਹਦੀ ਜਿਹੜੀ ਕਬਰ ਬਣੀ ਹੋਈ ਆ, ਤਾਂ ਉਹ ਤੁਸੀਂ ਦੱਸਣਾ ਵੀ ਕਿਹੜੀ ਜਗ੍ਹਾ ਦੇ ਉੱਤੇ ਬਣੀ ਹੋਈ ਆ। ਬਾਕੀ ਇਹਦੇ ਨਾਲ ਹੀ ਐਕਟ ਆਫ ਸੈਟਲਮੈਂਟ ਆਇਆ ਸੀ, ਕਿਹੜਾ ਆਇਆ ਸੀ, ਐਕਟ ਆਫ ਸੈਟਲਮੈਂਟ ਆਇਆ ਸੀਗਾ ਕਾਰਨਵਾਲਿਸ ਦੇ ਕਰਕੇ ਹੀ, ਐਕਟ ਆਫ ਸੈਟਲਮੈਂਟ 1786 ਦੇ ਵਿੱਚ ਆਇਆ ਸੀ। ਤਾਂ ਇਹਨੇ ਪਹਿਲੀ ਕੰਡੀਸ਼ਨ ਹੀ ਇਹ ਰੱਖੀ ਸੀਗੀ ਕਿ ਵੀ ਮੈਂ ਤਾਂ ਇੰਡੀਆ ਦੇ ਵਿੱਚ ਜਾਵਾਂਗਾ ਵੀ ਜੇ ਤੁਸੀਂ ਮੈਨੂੰ ਉੱਥੋਂ ਦੀ ਆਰਮੀ ਦਾ ਹੈੱਡ ਬਣਾ ਕੇ ਭੇਜੋਗੇ। ਤਾਂ ਇਹ ਗਵਰਨਰ ਜਨਰਲ ਬਣ ਕੇ ਆਊਗਾ ਔਰ ਇਹਨੂੰ ਨਾਲ ਆਰਮੀ ਦਾ ਹੈੱਡ ਬਣਾ ਕੇ ਭੇਜਿਆ ਜਾਊਗਾ। ਤਾਂ ਇਹਨੂੰ ਕਿਹਾ ਜਾਂਦਾ ਫਾਦਰ, ਲਾਰਡ ਕਾਰਨਵਾਲਿਸ ਨੂੰ ਕਿਹਾ ਜਾਂਦਾ ਫਾਦਰ ਆਫ ICS, ਯਾਨੀ ਕਿ ਇੰਡੀਅਨ ਸਿਵਲ ਸਰਵਿਸਿਜ਼। ਤਾਂ ਬੱਚੇ ਦੇਖੋ ਇੱਕ ਤਾਂ ਆਊਗਾ ਆਪਣਾ ਲੋਕਲ ਸੈਲਫ ਗਵਰਨਮੈਂਟ ਦਾ ਕਿਹਨੂੰ ਕਿਹਾ ਜਾਂਦਾ, ਲਾਰਡ ਰਿਪਨ ਨੂੰ ਕਿਹਾ ਜਾਂਦਾ। ਔਰ ਜੇ ਤੁਹਾਨੂੰ ਆ ਜਾਏ ਤਾਂ ਇਹਦੇ 'ਚ ਫਾਦਰ ਆਫ ICS ਯਾਨੀ ਕਿ ਇੰਡੀਅਨ ਸਿਵਲ ਸਰਵਿਸਿਜ਼ ਦਾ ਫਾਦਰ ਕਿਹਨੂੰ ਕਿਹਾ ਜਾਂਦਾ, ਇਹ ਕਿਹਾ ਜਾਂਦਾ ਲਾਰਡ ਕਾਰਨਵਾਲਿਸ ਨੂੰ। ਕਿਉਂਕਿ 21 ਅਪ੍ਰੈਲ ਕਿਉਂ ਕਿਹਾ ਜਾਂਦਾ, 21 ਅਪ੍ਰੈਲ 1793 ਨੂੰ ICS
ਦੀ ਸਥਾਪਨਾ ਕੀਤੀ ਗਈ ਸੀ ਇੰਡੀਅਨ ਸਿਵਲ ਸਰਵਿਸਿਜ਼ ਦੀ। ਬਾਕੀ ਇਹਨੇ 4 ਕੋਡ ਬਣਵਾਏ ਸੀ ਸੈਸ਼ਨ ਕੋਡ ਬੱਚੇ, ਉਹ ਚੀਜ਼ ਆਪਾਂ ਨਹੀਂ ਦੇਖਣੀ, ਠੀਕ ਆ ਵੀ ਇੰਨਾ ਆਪਾਂ ਕਲੀਅਰ ਕਰਨਾ ਅੱਗੇ ਹੋਰ। ਤਾਂ ਇਹ 'ਚ ਫਾਦਰ ਇਹਨੂੰ ਕਿਹਾ ਜਾਂਦਾ। ਪਰਮਾਨੈਂਟ ਸੈਟਲਮੈਂਟ ਸ਼ੁਰੂ ਕੀਤਾ ਸੀ ਇਹਨੇ ਬੰਗਾਲ ਦੇ ਵਿੱਚ, ਇਹ ਆਪਾਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ। ਬਾਕੀ ਇਹਨੇ ਰੈਵੈਨਿਊ ਬੋਰਡ ਬਣਾਇਆ ਸੀਗਾ ਆਪਦਾ 1793 ਦੇ ਵਿੱਚ, ਔਰ ਇੱਕ ਇਹਨੇ ਕਾਰਨਵਾਲਿਸ ਕੋਡ ਸ਼ੁਰੂ ਕੀਤਾ ਸੀ, ਉਹ ਤਾਂ ਇਹਦੇ ਨਾਮ ਨਾਲ ਹੀ ਕਲੀਅਰ ਆ, ਤੁਹਾਨੂੰ ਬਿਲਕੁਲ ਪਤਾ ਲੱਗ ਜੂਗਾ, ਠੀਕ ਆ। ਪਹਿਲਾਂ 1786 ਤੋਂ 93 ਤੱਕ ਇਹਦਾ ਜਿਹੜਾ ਕਾਰਜਕਾਲ ਆ। ਫਿਰ ਇਹ ਤੋਂ ਬਾਅਦ ਬੱਚੇ ਜੁਲਾਈ 1805 ਤੋਂ ਲੈ ਕੇ ਫਿਰ ਇਹ ਆਇਆ ਸੀਗਾ ਅਕਤੂਬਰ 1805 ਤੱਕ, ਪਰ ਅਕਤੂਬਰ 5 ਦੇ ਵਿੱਚ ਇਹ ਡਾਈਡ ਹੋ ਜਾਂਦਾ। ਤਾਂ ਇਹ ਤੁਸੀਂ ਇੱਕ ਪੁਆਇੰਟ ਆ ਬੱਚੇ, ਜਿਹੜਾ ਇਹ ਫੈਕਟ ਧਿਆਨ ਦੇ ਵਿੱਚ ਰੱਖਣਾ ਤੁਸੀਂ ਵੀ ਇਹ ਸਿਰਫ ਸੀਗਾ ਜਿਹਦੀ ਕਵਰ ਆ ਜਿਹੜੀ ਇੰਡੀਆ ਦੇ ਵਿੱਚ ਆ, ਅਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇਹਦੀ ਜਿਹੜੀ ਕਵਰ ਆ ਬੱਚੇ ਉਹ ਕਿੱਥੇ ਆ। ਚਲੋ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਤੀਸਰਾ ਕੁਐਸਚਨ, ਦ ਸਬਸਿਡਰੀ ਅਲਾਇੰਸ ਵਾਜ਼ ਨਾਟ ਐਕਸੈਪਟਡ ਬਾਏ। ਹੁਣ ਜਿਹੜਾ ਸਬਸਿਡਰੀ ਅਲਾਇੰਸ ਇਹਨਾਂ ਦੀ, ਜਾਣੀ ਕਿ ਪੰਜਾਬੀ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ ਸਹਾਇਕ ਸੰਧੀ। ਹੁਣ ਸਹਾਇਕ ਸੰਧੀ ਸੀ ਵੀ ਇਹਨਾਂ ਦੇ ਵਿੱਚੋਂ, ਮਤਲਬ ਪਹਿਲਾਂ ਤਾਂ ਹੁਣ ਆਪਾਂ ਗੱਲ ਕਰਾਂਗੇ ਵੀ ਸਹਾਇਕ ਸੰਧੀ ਹੁੰਦੀ ਕੀ ਆ, ਜਿੰਨੇ ਕਿ ਇਹਦੇ ਬਾਰੇ ਇੰਪੋਰਟੈਂਟ ਫੈਕਟ ਆ, ਅਤੇ ਫਿਰ ਇਸ ਤੋਂ ਬਾਅਦ ਵੀ ਬਾਕੀ ਸਾਰਿਆਂ ਨੇ ਐਕਸੈਪਟ ਕਰ ਲਈ ਸੀ, ਇਹਨਾਂ ਦੇ ਵਿੱਚੋਂ ਕੌਣ ਸੀਗਾ ਜਿਹਨੇ ਇਹਨੂੰ ਮੰਨਿਆ ਨਹੀਂ ਸੀਗਾ। ਦੇਖੋ ਬੱਚੇ ਇਹਦੇ 'ਚ ਕੀ ਆ, ਤੁਹਾਡੇ ਕੋਲੇ ਆਪਸ਼ਨਾਂ ਨੇ ਹੈਦਰਾਬਾਦ ਦੇ ਨਿਜ਼ਾਮ ਜਾਂ ਹੋਲਕਰ ਸਟੇਟ, ਇੰਦੌਰ ਦੀ, ਰਾਜਪੂਤ ਸਟੇਟ ਆਫ ਜੋਧਪੁਰ, ਜਾਂ ਫਿਰ ਮੈਸੂਰ ਦੇ ਸ਼ਾਸਕ। ਇਹਦਾ ਕਰੈਕਟ ਆਪਸ਼ਨ ਕੀ ਆ? ਬੀ ਆਪਸ਼ਨ ਬਿਲਕੁਲ ਕਰੈਕਟ ਆ, ਠੀਕ ਆ, ਦ ਹੋਲਕਰ ਸਟੇਟ ਆਫ ਇੰਦੌਰ। ਤਾਂ ਬੱਚੇ ਤੀਸਰੀ ਆਪਸ਼ਨ ਇਹਦੀ ਆਪਣੀ ਜਿਹੜੀ ਬੀ ਆਪਸ਼ਨ ਆ ਬਿਲਕੁਲ ਕਰੈਕਟ ਆਂਸਰ ਆ। ਹੁਣ ਸਬਸਿਡਰੀ ਅਲਾਇੰਸ ਆ ਜਿਹੜਾ, ਇਹ ਕਿਹਦੇ ਸਮੇਂ 'ਤੇ ਆਇਆ ਸੀ ਬੱਚੇ? ਇਹਨੂੰ ਲੈ ਕੇ ਆਉਣ ਵਾਲਾ ਸੀਗਾ ਲਾਰਡ ਬੈਲੀਜਲੀ। ਅਤੇ ਲਾਰਡ ਬੈਲੀਜਲੀ ਦਾ ਜਿਹੜਾ ਟਾਈਮ ਪੀਰੀਅਡ ਹੈ 1798 ਤੋਂ ਲੈ ਕੇ 1805 ਤੱਕ ਲਾਰਡ ਬੈਲੀਜਲੀ ਦਾ ਪੀਰੀਅਡ ਰਿਹਾ ਸੀਗਾ, ਔਰ ਇਹਨੇ ਬੱਚੇ ਸ਼ੁਰੂ ਕੀਤੀ ਸੀ ਸਬਸਿਡਰੀ ਅਲਾਇੰਸ। ਇਹ ਤੁਹਾਨੂੰ ਬਿਲਕੁਲ ਕਲੀਅਰ ਆ। ਬਾਕੀ ਇਹਨੇ 1800 ਦੇ ਵਿੱਚ ਹੋਰ ਇੰਪੋਰਟੈਂਟ ਕੰਮ ਕੀ ਕਰਿਆ? ਫੋਰਟ ਵਿਲੀਅਮ ਕਾਲਜ ਬਣਾਇਆ ਸੀ, ਕਿੱਥੇ? ਕਲਕੱਤਾ ਦੇ ਵਿੱਚ। ਔਰ ਬੱਚੇ ਇੱਕ ਇੰਪੋਰਟੈਂਟ ਕੰਮ ਹੋਰ ਕੀ ਹੋਇਆ ਸੀ? ਇਹਨੇ ਲੜਿਆ ਸੀ ਚੌਥਾ ਐਂਗਲੋ ਮੈਸੂਰ ਵਾਰ। ਇਹ ਕਦੋਂ ਹੁੰਦੀ ਆ? ਇਹ ਵਾਲੀ ਹੋਈ ਸੀ 1799 ਦੇ ਵਿੱਚ, ਔਰ ਇਸੇ ਬੈਟਲ ਦੇ ਦੌਰਾਨ ਟੀਪੂ ਸੁਲਤਾਨ ਮਾਰਿਆ ਗਿਆ ਸੀ, ਔਰ ਮੈਸੂਰ 'ਤੇ ਇਹਨਾਂ ਦਾ ਪੂਰੀ ਤਰ੍ਹਾਂ ਕਬਜ਼ਾ ਸੀਗਾ ਜਿਹੜਾ ਹੋ ਗਿਆ ਸੀ, ਠੀਕ ਆ। ਤਾਂ ਇਹਦੇ ਬਾਰੇ ਬੱਚੇ ਜਿੰਨੇ ਕੁ ਫੈਕਟ ਸੀਗੇ, ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਕਲੀਅਰ ਹੋ ਗਏ ਹੋਣਗੇ। ਸਬਸਿਡਰੀ ਲਾਈਨਸ ਕਲੀਅਰ ਆ। ਔਰ ਹੁਣ ਜੇ ਸਬਸਿਡਰੀ ਲਾਈਨਸ ਦੇ ਬਾਰੇ ਇੱਕ ਦੋ ਫੈਕਟ ਆਪਾਂ ਹੋਰ ਦੇਖ ਲੈਂਦੇ ਹਾਂ। ਅਤੇ ਪਹਿਲਾਂ ਇਹਨੂੰ ਮੰਨਣ ਵਾਲੇ ਕੌਣ ਸੀਗੇ? ਹੈਦਰਾਬਾਦ ਦੇ ਨਿਜ਼ਾਮ, ਜਿਨ੍ਹਾਂ ਨੇ ਇਹ ਸਭ ਤੋਂ ਪਹਿਲਾਂ ਸਵੀਕਾਰ ਕਰੀ ਸੀ 1798 ਦੇ ਵਿੱਚ, ਠੀਕ ਆ। ਤਾਂ ਫਿਰ ਇਸ ਤੋਂ ਬਾਅਦ ਮੈਸੂਰ ਸਟੇਟ ਨੇ ਵੀ ਇਹਨੂੰ ਸਵੀਕਾਰ ਕਰ ਲਿਆ ਸੀ 1799 ਦੇ ਵਿੱਚ। ਤੰਜੌਰ ਨੇ ਕੀਤਾ ਸੀਗਾ ਅਕਤੂਬਰ 1799 ਦੇ ਵਿੱਚ, ਔਰ ਅਵਧ ਨੇ ਕੀਤਾ ਸੀ 1801 ਦੇ ਵਿੱਚ। ਤਾਂ ਬੱਚੇ ਇਹ ਤਾਂ ਇੰਪੋਰਟੈਂਟ ਨੇ। ਜੇ ਆਪਾਂ ਹੁਣ ਗੱਲ ਕਰੀਏ ਵੀ ਪੇਸ਼ਵਾ ਨੇ 1802 ਦੇ ਵਿੱਚ ਇਹਨੂੰ ਚੀਜ਼ ਨੂੰ ਸਵੀਕਾਰ ਸੀਗਾ ਜਿਹੜਾ ਉਹ ਕਰ ਲਿਆ ਸੀਗਾ। ਤਾਂ ਆਹ ਸੀਗੇ ਕੁਛ ਕੁ ਫੈਕਟ ਤੁਹਾਡੇ ਸਬਸਿਡਰੀ ਅਲਾਇੰਸ ਨੂੰ ਲੈ ਕੇ, ਔਰ ਆਪਣਾ ਤੀਸਰੇ ਕੁਐਸਚਨ ਦੇ ਨਾਲ ਜਿੰਨੇ ਕੁ ਫੈਕਟ ਹੋ ਸਕੇ ਆਪਾਂ ਉਨੇ ਕੁ ਕਲੀਅਰ ਕੀਤੇ ਆ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖਦੇ ਹਾਂ। ਦ ਰਿਵੋਲਟ ਆਫ ਵੈਲੋਰ ਅਕਰ ਡਿਊਰਿੰਗ ਦ ਰਜੀਮ ਆਫ ਵਿਚ ਗਵਰਨਰ। ਹੁਣ ਜਿਹੜੀ ਵੈਲੋਰ ਮਿਊਟਨੀ ਹੋਈ ਸੀ, ਜਾਂ ਰਿਵੋਲਟ ਆਫ ਵੈਲੋਰ ਦਾ ਵਿਦਰੋਹ ਹੋਇਆ ਸੀ ਬੱਚੇ, ਤਾਂ ਇਹਦੇ ਬਾਰੇ ਇਹ ਵਾਲੇ ਫੈਕਟ ਆ, ਠੀਕ ਆ। ਤਾਂ ਹੁਣ ਜਿਹੜੀ ਵੈਲੋਰ ਮਿਊਟਨੀ ਹੋਈ ਸੀ, ਤਾਂ ਇਹ ਕਿਹਦੇ ਸਮੇਂ ਦੇ ਉੱਤੇ ਹੋਈ ਸੀ? ਦੇਖੋ ਬੱਚੇ ਇਹਦੀ ਕਰੈਕਟ ਆਪਸ਼ਨ ਆ ਜਿਹੜੀ ਸਰ ਜਾਰਜ ਬਾਰਲੋ, ਇਹਦੇ ਸਮੇਂ 'ਤੇ ਹੋਈ ਹੈ ਸਰ ਜਾਰਜ ਬਾਰਲੋ। ਤੁਸੀਂ 1857 ਦਾ ਵਿਦਰੋਹ, ਮੰਗਲ ਪਾਂਡੇ, ਬੈਰਕਪੁਰ ਦੀ ਸੌਣੀ, ਇਹ ਵਾਲੇ ਵਿਦਰੋਹ, ਮੁੰਡਾ ਰਿਵੋਲਟ ਜਾਂ ਪਾਵਨਾ ਰਿਵੋਲਟ, ਠੀਕ ਆ, ਪਾਗਲਪੰਥੀ ਰਿਵੋਲਟ, ਮਤਲਬ ਕਿੰਨੇ ਹੀ ਰਿਵੋਲਟ ਇਹ ਤਾਂ ਮੈਂ ਤੁਹਾਨੂੰ ਆਪਣੇ ਚੈਨਲ ਦੇ ਵਿੱਚ ਕਰਵਾਏ ਹੋਏ ਨੇ ਆਲਰੇਡੀ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। MCQ ਦੇ ਰੂਪ ਦੇ ਵਿੱਚ ਹੀ ਕਰਵਾਏ ਸੀ ਮੈਂ। ਤਾਂ ਇਹ ਸਰ ਜਾਰਜ ਬਾਰਲੋ ਦੇ ਸਮੇਂ 'ਤੇ ਹੁੰਦਾ, ਅਤੇ ਇਹਦਾ ਟਾਈਮ ਪੀਰੀਅਡ 1805, ਕਿਉਂਕਿ ਇੱਥੇ ਉਹਦੀ ਡੈਥ ਹੋਈ ਸੀਗੀ। ਮੈਂ ਹੁਣ ਤੁਹਾਨੂੰ ਦੱਸ ਕੇ ਹਟਿਆ ਤੋਂ ਪਹਿਲਾਂ ਬੱਚੇ, ਕਾਰਨਵਾਲਿਸ ਦੀ। ਤਾਂ ਉਹ 1805 ਤੋਂ ਵੈਸੇ ਆਇਆ ਸੀ ਜੁਲਾਈ ਦੇ ਵਿੱਚ ਬਣ ਕੇ, ਪਰ ਅਕਤੂਬਰ ਦੇ ਵਿੱਚ ਇੱਥੇ ਉਹ ਡਾਈਡ ਕਰ ਗਿਆ, ਹੋ ਗਿਆ ਸੀਗਾ। 1805 ਤੋਂ ਲੈ ਕੇ 1807 ਸਿਰਫ 2 ਸਾਲ ਦੇ ਲਈ ਇਹ ਵਾਲਾ ਆਇਆ ਸੀ, ਔਰ ਇਹਦੇ ਸਮੇਂ ਦੇ ਉੱਤੇ ਹੀ 1806 ਦੇ ਵਿੱਚ ਹੋਈ ਸੀ ਵੈਲੋਰ ਮਿਊਟਨੀ। ਵੈਲੋਰ ਆ ਜਿਹੜੀ ਜਗ੍ਹਾ ਬੱਚੇ, ਇਹ ਕਿੱਥੇ ਹੈਗੀ?
ਤਾਮਿਲਨਾਡੂ। ਤਾਮਿਲਨਾਡੂ ਦੇ ਵਿੱਚ ਜਗ੍ਹਾ ਕੀ ਦੇਸ਼ ਨੂੰ ਆ ਜਾਏ। ਇਹ ਫਸਟ ਆਰਮੀ ਰਿਵੋਲਟ ਮੰਨਿਆ ਜਾਂਦਾ ਭਾਰਤ ਦਾ। ਜੇ ਆ ਜਾਏ ਵੀ ਇਹਦੇ 'ਚ ਕੀ ਚੱਕਰ ਸੀਗਾ ਬੱਚੇ, ਦੇਖੋ ਇਹਦੇ 'ਚ ਇਹ ਸੀਗਾ ਵੀ ਜਿਹੜੇ ਇਹਨਾਂ ਦੇ ਵਿੱਚ ਇੰਡੀਅਨ ਲੋਕ ਸੀਗੇ ਆਰਮੀ ਦੇ ਵਿੱਚ, ਅਤੇ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਸਾਡੇ ਦਿੱਤੇ ਹੈਲਮਟ ਨੇ ਜਿਹੜੇ ਲੈਦਰ ਦੇ ਉਹਨਾਂ ਨੂੰ ਪਹਿਨੋ। ਉਹ ਕਹਿੰਦੇ ਸੀ ਵੀ ਨਹੀਂ ਅਸੀਂ ਮਤਲਬ ਜਿਹੜੇ ਪਗੜੀ ਬੰਨ੍ਹਦੇ ਆ, ਪੱਗ ਬੰਨ੍ਹਦੇ ਆ, ਉਹ ਪੱਗ ਬੰਨਣਗੇ, ਜਾਂ ਜਿਹੜੇ ਮਤਲਬ ਆਪਦਾ ਜਿਵੇਂ ਦਾ ਉਹ ਟਰੈਡੀਸ਼ਨ ਆ ਉਹਨਾਂ ਦਾ ਫੋਲੋ ਕਰਦੇ ਆ ਵੀ ਅਸੀਂ ਉਵੇਂ ਰਹਿਣਾ ਚਾਹੁੰਦੇ ਹਾਂ। ਬਟ ਇਹ ਕਹਿੰਦੇ ਸੀ ਕਿ ਤੁਸੀਂ ਸਾਡੀਆਂ ਲੈਦਰ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹਨਾਂ ਦਾ ਯੂਜ਼ ਕਰੋ। ਤਾਂ ਉਹਦੇ ਵਿਰੋਧ ਦੇ ਵਿੱਚ ਇਹ ਵਾਲਾ ਰਿਵੋਲਟ ਸੀਗਾ ਜਿਹੜਾ ਸ਼ੁਰੂ ਹੋ ਗਿਆ ਸੀਗਾ। ਬੱਚੇ ਆਹ ਵਾਲਾ ਪੁਆਇੰਟ ਤੁਹਾਨੂੰ ਕਲੀਅਰ ਆ। ਇਸ ਤੋਂ ਬਾਅਦ ਦੇਖੋ ਅਗਲਾ 5ਵਾਂ ਕੁਐਸਚਨ ਆਪਣਾ, ਸੌਰੀ ਬੱਚੇ ਆਹ ਕੁਐਸਚਨ 2 ਵਾਰ ਆ ਗਿਆ। ਸਰ ਥੋਮਸ ਮੁਨਰੋ ਵਾਜ਼ ਗਵਰਨਰ ਆਫ ਮਦਰਾਸ ਡਿਊਰਿੰਗ ਈਅਰਸ। ਹੁਣ ਬੱਚੇ ਥੋਮਸ ਮੁਨਰੋ ਦੇ ਬਾਰੇ ਪੁਆਇੰਟ ਨੇ ਜਿਹੜੇ ਉਹਨਾਂ ਨੂੰ ਆਪਾਂ ਧਿਆਨ ਦੇ ਨਾਲ ਦੇਖਦੇ ਹਾਂ। ਤਾਂ ਦੇਖੋ ਇਹਦੇ 'ਚ ਆਪਣਾ ਜਿਹੜਾ ਕਰੈਕਟ ਆਪਸ਼ਨ ਆ ਮਤਲਬ ਕਿ ਕਦੋਂ ਤੁਸੀਂ 1820 ਤੋਂ ਲੈ ਕੇ 1827 ਤੱਕ ਰਿਹਾ ਸੀਗਾ ਕੌਣ, ਥੋਮਸ ਮੁਨਰੋ, ਠੀਕ ਆ। ਤਾਂ ਇਹਨੂੰ ਬੱਚੇ ਕਿਹਾ ਜਾਂਦਾ ਹੈ ਗਵਰਨਰ ਸੀਗਾ, ਇਹਨੇ ਸ਼ੁਰੂ ਕੀਤੀ ਸੀਗੀ ਰੌਇਤਵਾੜੀ ਸਿਸਟਮ। ਰੌਇਤਵਾੜੀ ਸਿਸਟਮ ਮਤਲਬ ਕਿ ਜ਼ਮੀਨ 'ਤੇ ਟੈਕਸ ਸੀਗਾ, ਇਹ ਟੈਕਸ ਸਿਸਟਮ ਆ। ਰੌਇਤਵਾੜੀ ਸਿਸਟਮ ਸ਼ੁਰੂ ਕੀਤਾ ਸੀ। ਇਹਦੇ 'ਚ ਜਿਹੜਾ ਟੈਕਸ ਲਿਆ ਜਾਂਦਾ ਸੀ ਉਹ ਕਿਹਦੇ ਤੋਂ ਲਿਆ ਜਾਂਦਾ ਸੀ, ਜਿਹੜਾ ਕਿ ਓਨਰ ਹੁੰਦਾ ਸੀ ਲੈਂਡ ਦਾ, ਜਿਹੜਾ ਓਨਰ ਹੁੰਦਾ ਸੀ ਡਾਇਰੈਕਟਲੀ ਉਹਦੇ ਤੋਂ ਟੈਕਸ ਸੀਗਾ ਜਿਹੜਾ ਇਹ ਕਲੈਕਟ ਕੀਤਾ ਜਾਂਦਾ ਸੀ। ਪਰ ਪਹਿਲਾਂ ਇਹਨੇ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਕੀਤਾ ਸੀ, 12 ਮਹਲ ਜ਼ਿਲ੍ਹਾ ਸੀਗਾ ਜਿਹੜਾ, ਇਹਦੇ ਵਿੱਚ ਮਦਰਾਸ ਦਾ, ਜਿੱਥੇ ਇਹਨੇ ਪਹਿਲਾਂ ਸਟਾਰਟ ਕੀਤੀ। ਫਿਰ ਇਸ ਤੋਂ ਬਾਅਦ ਇਹਨੇ ਪੂਰੀ ਮਦਰਾਸ ਦੇ ਵਿੱਚ ਕਰਤੀ, ਨਾਲ ਉਹ ਜਗ੍ਹਾ ਛੱਡਤੀ ਜਿੱਥੇ ਪਰਮਾਨੈਂਟ ਸੈਟਲਮੈਂਟ ਜਿਹੜਾ ਕੰਮ ਕਰ ਰਿਹਾ ਸੀ ਆਲਰੇਡੀ। ਤਾਂ ਉਹ ਜਗ੍ਹਾ ਛੱਡ ਕੇ ਇਹਨੇ ਬਾਕੀ ਦੇ ਏਰੀਏ ਦੇ ਉੱਤੇ ਇਹ ਚੀਜ਼ ਸੀਗੀ ਜਿਹੜੀ ਉਹ ਸ਼ੁਰੂ ਕਰਤੀ। ਤਾਂ ਨਾਲ ਇਹਦੇ ਕਿਹਨੇ ਸਾਥ ਦਿੱਤਾ, ਇੱਕ ਕੈਪਟਨ ਸੀਗਾ ਕੈਪਟਨ ਰੀਡ, ਇਹ ਇਹਨੂੰ ਅਸਿਸਟ ਕਰ ਰਿਹਾ ਸੀ ਕੈਪਟਨ ਰੀਡ, ਓਕੇ। ਔਰ ਇਹ ਨਹੀਂ ਗਿਆ ਸੀਗਾ, ਰਿਕਮੈਂਡ ਕੀਤਾ ਸੀ ਵੀ ਫਿਕਸ ਕਰ ਡਿਮਾਂਡ, ਮਤਲਬ ਡਿਮਾਂਡ ਬੇਸਿਸ ਜਿੰਨੀ ਪ੍ਰੋਡਕਸ਼ਨ ਆ ਉਹਦਾ 50% ਦੇ ਅਕੋਰਡਿੰਗਲੀ ਵੀ ਇਹ ਵਾਲੀ ਚੀਜ਼ ਹੈ ਜਿਹੜੀ ਇੰਪਲੀਮੈਂਟ ਕਰ ਦਿਓ ਤੁਸੀਂ। ਤਾਂ ਬੱਚੇ ਇਹ ਵਾਲਾ ਪੁਆਇੰਟ ਆਈ ਥਿੰਕ ਤੁਹਾਨੂੰ ਹੁਣ ਕਲੀਅਰ ਹੋ ਗਿਆ ਹੋਊਗਾ। ਥੋਮਸ ਮੁਨਰੋ ਦੇ ਬਾਰੇ ਇੰਪੋਰਟੈਂਟ ਫੈਕਟ ਸੀਗਾ ਇਹ, ਤਾਂ ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਕੰਸੀਡਰ, ਹੁਣ ਸਟੇਟਮੈਂਟ ਵਾਲੇ ਕੁਐਸਚਨ ਵੀ ਬੱਚੇ ਬਣਦੇ ਆ ਤੁਹਾਨੂੰ, ਤਾਂ ਆਪਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਵਨ ਲਾਈਨਰ ਹੀ ਰੱਖਣੇ ਆ। ਤਾਂ ਉਹਦੇ 'ਤੇ ਤਾਂ ਸੀਗਾ ਵੀ ਤੁਹਾਨੂੰ ਪਹਿਲਾਂ ਹੈ ਨਾ ਮਤਲਬ ਕਿ ਈਜ਼ੀ ਲੱਗੇ। ਤਾਂ ਹੁਣ ਆਪਾਂ ਪਹਿਲੇ ਤੁਹਾਨੂੰ ਟਫ ਚੀਜ਼ ਕਰਾ ਦਈਏ, ਫਿਰ ਉਹ ਚੀਜ਼ ਥੋੜ੍ਹੀ ਜਿਹੀ ਕਰਨੀ ਬੱਚਿਆਂ ਦੇ ਲਈ ਔਖੀ ਹੋ ਜਾਂਦੀ ਆ ਕਿ ਇਹ ਵਾਲਾ ਪੁਆਇੰਟ ਕਿੱਥੋਂ ਕਿਵੇਂ ਬਣੀ ਜਾਂਦੇ ਆ। ਹੁਣ ਕੰਸੀਡਰ ਦਾ ਫੋਲੋਇੰਗ ਪ੍ਰਿੰਸਲੀ ਸਟੇਟਸ ਬ੍ਰਿਟਸ ਰੂਲ, ਜਦੋਂ ਬ੍ਰਿਟਸ ਰੂਲ ਚੱਲ ਰਿਹਾ ਸੀ ਤਾਂ ਇਹ ਪ੍ਰਿੰਸਲੀ ਸਟੇਟ ਸੀਗੀਆਂ। ਤਾਂ ਇਹਨਾਂ ਦੇ ਕੀ ਕਹਿੰਦੇ ਆ, ਕਰੈਕਟ ਕ੍ਰੋਨੋਲੋਜੀਕਲ ਆਰਡਰ ਲਾਉਣਾ ਇਹਨਾਂ ਦਾ ਵਿੱਚ, ਜਿਹੜੀਆਂ ਕਿ ਅਨੈਕਸ ਕੀਤੀਆਂ ਸੀਗੀਆਂ ਬ੍ਰਿਟਸ ਨੇ। ਤਾਂ ਬੱਚੇ ਦੇਖੋ ਇਹਦਾ ਕਰੈਕਟ ਆਨਸਰ ਕੀ ਆ, ਇਹਦਾ ਕਰੈਕਟ ਆਨਸਰ ਆ ਬਿਲਕੁਲ ਸੀ, ਠੀਕ ਆ। ਤਾਂ ਹੁਣ ਇਹਦੇ 'ਚ ਕੀ ਆ, ਜਿਹੜੀ 17 ਸੀ ਇਹ ਇਹਨਾਂ ਨੇ ਹੜੱਪੀ 48 ਦੇ ਵਿੱਚ, ਠੀਕ ਆ। ਆਪਾਂ ਹੁਣ ਪਹਿਲਾਂ ਵਾਲੇ ਕੁਐਸਚਨ ਦੇ ਵਿੱਚ ਕਰਕੇ ਹਟਿਆ। ਜਿਹੜਾ ਸੰਬਲਪੁਰ ਆ, ਇਹ ਸੰਬਲਪੁਰ ਜਗ੍ਹਾ ਹੈਗੀ ਹੈ ਵੈਸੇ ਉੜੀਸਾ ਦੇ ਵਿੱਚ ਆ ਇਹ। ਤਾਂ ਇਹਨੂੰ ਇਹਨਾਂ ਨੇ ਕੀਤਾ ਸੀ 1849 ਦੇ ਵਿੱਚ, ਨਾਲ ਹੀ ਇੱਥੇ ਕੀਤਾ ਸੀਗਾ ਜੈਤਪੁਰ, ਇਹਦੇ 1849 ਦੇ ਵਿੱਚ ਹੀ। ਅਤੇ ਜਿਹੜਾ ਬੱਚੇ ਇਹਨਾਂ ਨੇ ਕੀਤਾ ਸੀ ਝਾਂਸੀ ਕਰਿਆ ਸੀ 1853 ਦੇ ਵਿੱਚ। ਹੁਣ ਦੇਖੋ ਜੇ ਤੁਹਾਨੂੰ ਤਿੰਨੇ ਫੈਕਟ ਕਲੀਅਰ ਹੁੰਦੇ ਦੈਨ ਤੁਸੀਂ ਹੁਣ ਈਜ਼ੀਲੀ ਲਾ ਸਕਦੇ ਸੀ। ਤਾਂ ਹੁਣ ਤੁਹਾਨੂੰ ਜੇ 17 ਇਕੱਲੇ ਦਾ ਵੀ ਪਤਾ ਹੁੰਦਾ ਬੱਚੇ ਤਾਂ ਵੀ ਦੇਖੋ ਆਹ 2 ਆਪਸ਼ਨ ਤਾਂ ਐਲੀਮੀਨੇਟ ਕਰ ਦਿੰਦੇ ਵੀ ਸਭ ਤੋਂ ਪਹਿਲਾਂ ਇਹਨਾਂ ਨੇ 17 ਕੈਪਚਰ ਕੀਤਾ ਤਾਂ 3 ਪਹਿਲਾਂ, ਠੀਕ ਆ। ਇਸ ਤੋਂ ਬਾਅਦ ਜੇ ਤੁਹਾਨੂੰ ਝਾਂਸੀ ਪਤਾ ਹੁੰਦਾ ਜਾਂ ਦੂਸਰੇ ਨੰਬਰ 'ਤੇ ਵੀ ਸੰਬਲਪੁਰ ਆਊਗਾ ਜਿਹੜਾ ਕੀਤਾ ਸੀ, ਫਿਰ ਤੁਸੀਂ ਆਹ 2 ਦੇ ਵਿੱਚੋਂ ਆਸਾਨੀ ਦੇ ਨਾਲ ਆਪਸ਼ਨ ਸੀ ਛਾਂਟ ਸਕਦੇ ਸੀ। ਤਾਂ ਇਹ ਵਾਲਾ ਤੁਹਾਡਾ ਆਟੋਮੈਟਿਕਲੀ ਕੁਐਸਚਨ ਸੀਗਾ ਜਿਹੜਾ ਬਿਲਕੁਲ ਉਹ ਸਹੀ ਹੋ ਜਾਂਦਾ। ਤਾਂ ਹੁਣ ਇਹਦੇ ਨਾਲ ਹੀ ਬੱਚੇ ਦੇਖੋ ਆਪਦ ਕਦੋਂ ਹੜੱਪਿਆ ਸੀ ਇਹਨਾਂ ਨੇ, 1856 ਦੇ ਵਿੱਚ। ਜੇ ਆ ਜੀ ਨਾਗਪੁਰ ਵੀ 1854 ਦੇ ਵਿੱਚ, ਠੀਕ ਆ। ਔਰ ਇਹਨਾਂ ਨੇ ਇੱਕ ਭਗਤ ਹੜੱਪਿਆ ਸੀਗਾ, ਭਗਤ ਜਗ੍ਹਾ ਦਾ ਨਾਮ, ਤਾਂ ਇਹ ਸੀਗੀ 1850 ਦੇ ਵਿੱਚ। ਝਾਂਸੀ ਉਦੈਪੁਰ ਸੀਗਾ 1852 ਦੇ ਵਿੱਚ। ਹੁਣ ਦੇਖੋ ਬੱਚੇ ਜਿਹੜਾ ਵੀ ਇਹਦੇ ਬਾਰੇ ਤੁਹਾਨੂੰ ਫੈਕਟ ਬਣ ਜੇ ਤਾਂ ਤੁਸੀਂ ਉਹਨੂੰ ਲਾ ਦੇਣਾ, ਠੀਕ ਆ। ਬਾਕੀ ਬੱਚੇ ਦੇਖੋ ਇਹ ਜਿਹੜੀ ਹੜੱਪ ਦੀ ਨੀਤੀ ਲੈ ਕੇ ਆਉਣ ਵਾਲਾ ਸੀਗਾ, ਆਪਾਂ ਪਹਿਲਾਂ ਹੀ ਡਾਕਟਰੀਨ ਆਫ ਲੈਪਸ ਗੱਲ ਕਰਕੇ ਹਟੇ ਨਾ, ਡਾਕਟਰਾਈਨ ਆਫ ਲੈਪਸ, ਇਹਨੂੰ ਲੈ ਕੇ ਕੌਣ ਆਇਆ ਸੀ, ਡਲਹੌਜੀ। ਹੁਣ ਡਲਹੌਜੀ ਦਾ ਜਿਹੜਾ ਰੀਅਲ ਨੇਮ ਸੀ ਬੱਚੇ, ਉਹ ਨਾਂ ਸੀ ਇਹਦਾ ਜੇਮਸ ਐਂਡਰਿਊ ਬਰਾਊਨ ਰਾਮਸੇ, ਇਹਦਾ ਨਾਮ ਸੀ ਰੀਅਲ ਡਲਹੌਜੀ ਦਾ ਨਾਮ। ਅਤੇ ਇਹਨੂੰ ਜਾਣਿਆ ਜਾਂਦਾ ਸੀ ਦਾ ਅਰਲ ਆਫ ਡਲਹੌਜੀ, ਇਹ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ। ਮਤਲਬ ਸਿੰਧ ਬ੍ਰਿਟਿਸ਼ 'ਚ ਪੂਰੀ ਤਰ੍ਹਾਂ ਇਹਨਾਂ ਨੇ ਕਦੋਂ ਕੀਤਾ ਸੀਗਾ, ਇਹ ਵਾਲਾ ਫੈਕਟ ਵੀ ਇੱਕ ਬੱਚੇ ਧਿਆਨ 'ਚ ਰੱਖਣਾ। ਹੁਣ ਜੇ ਕੈਪਚਰ ਦੀ ਗੱਲ ਚੱਲ ਹੀ ਰਹੀ ਆ ਤਾਂ ਸਿੰਧ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਕੈਪਚਰ ਕਦੋਂ ਕੀਤਾ ਸੀਗਾ,
ਇਹਨੂੰ ਤਾਂ 1843 ਮਤਲਬ ਕਿ ਇਹਦੇ ਤੋਂ ਪਹਿਲਾਂ ਹੀ ਕਰ ਲਿਆ ਸੀ। 1843 ਦੇ ਵਿੱਚ ਬ੍ਰਿਟਸ ਦੇ ਵਿੱਚ ਪੂਰੀ ਤਰ੍ਹਾਂ ਮਿਲਾ ਲਿਆ ਸੀ। ਤਾਂ ਉਦੋਂ ਟਾਈਮ ਪੀਰੀਅਡ ਕਿਹਦਾ ਸੀਗਾ? ਉਦੋਂ ਸੀਗਾ ਲਾਰਡ ਐਲਨਬਰੋ। ਤਾਂ ਕਿਹਦੇ ਸਮੇਂ ਦੇ ਉੱਤੇ ਸੀ ਇਹ? ਲਾਰਡ ਐਲਨਬਰੋ ਦੇ ਸਮੇਂ 'ਤੇ ਬੱਚੇ ਕੀ ਕਰ ਲਿਆ ਸੀ ਇਹਨਾਂ ਨੇ, ਜਿਹੜਾ ਸੀਗਾ ਆਪਣਾ ਆਹ ਸਿੰਧ ਸੀਗਾ, ਇਹਨੂੰ ਪੂਰੀ ਤਰ੍ਹਾਂ ਮਤਲਬ ਕਿ ਆਪਣੇ ਇਹਦੇ 'ਚ ਕਬਜ਼ੇ ਦੇ ਵਿੱਚ ਕਰ ਲਿਆ ਸੀਗਾ। ਠੀਕ ਆ ਬੱਚੇ, ਦੇਖੋ ਬਾਕੀ ਇਹਦਾ ਜਿਹੜਾ ਟਾਈਮ ਪੀਰੀਅਡ ਆ ਉਹ 1842 ਤੋਂ ਲੈ ਕੇ 44 ਤੱਕ ਬਿਲਕੁਲ ਥੋੜ੍ਹਾ ਜਿਹਾ ਸਮਾਂ ਰਿਹਾ ਸੀ। ਪਰ ਅਫਗਾਨਾਂ ਦੇ ਖਿਲਾਫ ਇਹਦੀ ਨੀਤੀ ਸੀਗੀ ਜਿਹੜੀ ਉਹ ਗੁੱਸੇ ਵਾਲੀ ਸੀਗੀ, ਅਗਰੈਸਿਵ ਸੀਗੀ। ਤਾਂ ਇਹੀ ਮੁੱਖ ਕਾਰਨ ਬਣਿਆ ਫਸਟ ਐਂਗਲੋ, ਇਹਦੇ ਸਮੇਂ 'ਤੇ ਹੀ ਹੁੰਦੀ ਆ ਫਸਟ ਐਂਗਲੋ ਅਫਗਾਨ ਵਾਰ। ਫਸਟ ਐਂਗਲੋ ਅਫਗਾਨ ਵਾਰ। ਬੱਚੇ ਜਿੱਥੇ ਵੀ ਆ ਐਂਗਲੋ ਸ਼ਬਦ ਤੁਹਾਨੂੰ ਆ ਜਾਏ, ਐਂਗਲੋ ਦਾ ਮਤਲਬ ਆ ਵੀ ਇੱਧਰੋਂ ਅੰਗਰੇਜ਼ ਲੜ ਰਹੇ ਆ। ਤਾਂ ਇਹੀ ਇਹਨਾਂ ਦਾ ਕਾਰਨ ਸੀ ਵੀ ਫਸਟ ਐਂਗਲੋ ਅਫਗਾਨ ਵਾਰ ਆ ਜਿਹੜੀ ਉਹ ਹੋਈ ਸੀ। ਠੀਕ ਆ ਬਾਕੀ ਬੱਚੇ ਤੀਸਰਾ ਐਂਗਲੋ ਬਰਮਾ ਯੁੱਧ ਹੋਇਆ ਸੀ ਜਿਹੜਾ ਇਹਨਾਂ ਦਾ, ਇਹ ਹੋਈ ਸੀ 1885 ਦੇ ਵਿੱਚ। ਔਰ ਇਹੀ ਇਹਨਾਂ ਦਾ ਤੁਹਾਨੂੰ ਕੁਐਸਚਨ ਆਉਂਦਾ ਹੈ ਵੀ ਲਾਸਟ 'ਤੇ ਕਬਜ਼ਾਇਆ ਗਿਆ ਜਿਹੜਾ ਬ੍ਰਿਟਿਸ਼ ਨੇ ਨੈਕਸਟ ਕੀਤਾ ਸੀ, ਮੇਨ ਟੈਰੀਟਰੀ ਕਿਹੜੀ ਸੀ? ਤਾਂ 1885 ਦੇ ਵਿੱਚ ਇਹ ਯੁੱਧ ਹੋਇਆ। 1886 ਦੇ ਵਿੱਚ ਬੇਸਿਕਲੀ ਬਰਮਾ ਹੀ ਹੁੰਦਾ, ਬਰਮਾ ਮਿਆਂਮਾਰ, ਜਿਹਨੂੰ ਇਹਨਾਂ ਨੇ ਆਪਦੇ ਇੰਡੀਆ ਦੇ ਵਿੱਚ ਸ਼ਾਮਲ ਕਰ ਲਿਆ ਸੀਗਾ। ਤਾਂ ਆਹ ਬੱਚੇ ਇੰਪੋਰਟੈਂਟ ਫੈਕਟ ਤੁਸੀਂ ਧਿਆਨ 'ਚ ਰੱਖਣੇ ਆ ਵੀ ਜਿਹੜਾ ਹੋਇਆ ਸੀਗਾ ਫਸਟ ਐਂਗਲੋ ਅਫਗਾਨ ਵਾਰ, ਉਹ ਕਿਹਦੇ ਸਮੇਂ 'ਤੇ ਹੋਇਆ ਸੀ? ਐਲਨਬਰੋ ਦੇ ਸਮੇਂ 'ਤੇ ਹੋਇਆ ਸੀ। ਔਰ ਐਲਨਬਰੋ ਕੌਣ ਸੀਗਾ? ਜਿਹਦੇ ਸਮੇਂ ਦੇ ਉੱਤੇ ਸਿੰਧ ਸੀਗਾ ਜਿਹੜਾ ਪੂਰੀ ਤਰ੍ਹਾਂ ਕਬਜ਼ਾ ਕੇ ਇਹਨਾਂ ਨੇ ਆਪਦੇ ਵਿੱਚ ਉਹਦੇ 'ਚ ਬ੍ਰਿਟਿਸ਼ ਅੰਪਾਇਰ ਦੇ ਵਿੱਚ ਮਿਲਾ ਲਿਆ ਸੀ। ਬਾਕੀ ਬੱਚੇ 1843 ਦੇ ਵਿੱਚ ਹੀ ਇੱਕ ਇੰਪੋਰਟੈਂਟ ਫੈਕਟ ਤੁਸੀਂ ਹੋਰ ਧਿਆਨ ਦੇ ਵਿੱਚ ਰੱਖਿਓ, ਇੱਥੇ ਜਿਹੜੀ ਸਲੈਬਰੀ ਸੀ ਮਤਲਬ ਕਿ ਦਾਸ ਪ੍ਰਥਾ ਸੀ, ਇਹਨੂੰ ਰੋਕ ਬੰਦ ਕੀਤੀ ਗਈ, ਇਹਦੀ ਪ੍ਰੋਹਿਬਿਟਡ ਕੀਤਾ ਗਿਆ। ਕਿਹਨੂੰ? ਦਾਸ ਪ੍ਰਥਾ ਨੂੰ। ਠੀਕ ਆ ਤਾਂ ਇਹ ਬੱਚੇ ਤੁਸੀਂ ਮਤਲਬ ਸਿੰਧ ਨੂੰ ਮਿਲਾਉਣ ਵਾਲਾ ਬੰਦਾ ਕਿਹੜਾ ਸੀਗਾ? ਮੈਂ ਤੁਹਾਨੂੰ 2-4 ਨਾਮ ਬੋਲਦਾ ਬੱਚੇ, ਦੇਖੋ ਡਲਹੌਜੀ, ਹੈਕਟਰ ਮੁਨਰੋ, ਦਾਰਾਸ਼ਕੋ ਜਾਂ ਫਿਰ ਚਾਰਲਸ ਨੇਪੀਅਰ। ਤਾਂ ਇਹਨਾਂ ਦੇ ਵਿੱਚੋਂ ਤੁਸੀਂ ਦੱਸਣਾ ਬੱਚੇ, ਚਾਰਾਂ ਆਪਸ਼ਨਾਂ ਦੇ ਵਿੱਚੋਂ ਵੀ ਇਹਨੂੰ ਜਿਹੜਾ ਸਿੰਧ ਨੂੰ ਮਿਲਾਇਆ ਗਿਆ ਸੀ ਇਹਦੇ ਵਿੱਚ ਉਹ ਮਿਲਾਉਣ ਵਾਲਾ ਪਰਸਨ ਕੌਣ ਸੀਗਾ। ਬੱਚੇ ਦੇਖੋ ਕੁਐਸਚਨ ਤਾਂ ਤੁਹਾਡੇ ਲਈ ਬਾਕੀ ਹੋਰ ਵੀ ਹੈਗੇ ਸੀਗੇ ਆਪਣੇ ਕੋਲ। ਠੀਕ ਆ ਤਾਂ ਬਟ ਹੁਣ ਵੀਡੀਓ ਇੰਨੀ ਜ਼ਿਆਦਾ ਲੰਬੀ ਹੋ ਜਾਣੀ ਆ ਬੱਚੇ, ਤਾਂ ਮੈਥੋਂ ਗੱਲ ਦੀ ਸਮੱਸਿਆ ਕਰਕੇ ਇੰਨਾ ਲੌਂਗ ਟਾਈਮ ਬੋਲਣਾ ਵੀ ਔਖਾ, ਔਰ ਹਿਸਟਰੀ ਵੈਸੇ ਵੀ ਬੋਰ ਕਰ ਦਿੰਦੀ ਆ, ਤਾਂ ਜ਼ਿਆਦਾ ਟਾਈਮ 'ਤੇ ਨਹੀਂ ਬੋਲ ਹੁੰਦਾ, ਔਰ ਫੈਕਟ ਇੰਨੇ ਯਾਦ ਕਰਨੇ ਵੀ ਔਖੇ ਹੋ ਜਾਂਦੇ ਆ। ਬੱਚੇ ਦੇਖੋ ਇਹਦੇ ਬਾਰੇ ਬਾਕੀ ਦੇ ਜਿੰਨੇ ਇਹ ਤਾਂ ਇੰਪੋਰਟੈਂਟ ਫੈਕਟ ਸੀਗੇ, ਬਾਕੀ ਜਿਹੜੇ ਇਸ ਤੋਂ ਵੀ ਇੰਪੋਰਟੈਂਟ ਫੈਕਟ ਹੋਰ ਬਣਨਗੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜਿੰਨੇ ਕੁਐਸਚਨ ਹੋਣਗੇ ਉਹਨਾਂ ਦੇ ਨਾਲ ਸਾਰੇ ਆਪਣੇ ਗਵਰਨਰ ਜਨਰਲ ਤੇ ਵਾਇਸਰਾਏ ਨੇ ਜਿੰਨੇ ਉਹ ਪ੍ਰੋਪਰਲੀ ਕਵਰ ਹੋ ਜਾਣਗੇ। ਜਿਹਨਾਂ ਨੇ ਪਹਿਲਾਂ ਕੀਤੇ ਹੋਏ ਆ ਬੱਚੇ ਤੁਸੀਂ ਦੇਖ ਲਿਓ ਵੀ ਤੁਹਾਡਾ ਕੋਈ ਪੁਆਇੰਟ ਸਕਿਪ ਤਾਂ ਨਹੀਂ ਹੋ ਗਿਆ। ਤੇ ਜਦੋਂ ਆਪਾਂ ਸਾਰਾ ਟੌਪਿਕ ਡਨ ਕਰਵਾਤਾ ਤੁਹਾਨੂੰ ਲਾਸਟ ਦੇ ਉੱਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਪਹਿਲਾਂ ਜਿੰਨਾ ਕੀਤਾ ਸੀ ਉਹਦੇ 'ਚ ਕੁਛ ਨਵਾਂ ਸਿੱਖਣ ਨੂੰ ਮਿਲਿਆ, ਜਾਂ ਜਿਹੜਿਆਂ ਨੇ ਕਿਤੋਂ ਹੋਰ ਪੜ੍ਹਿਆ ਉਹਨਾਂ ਦੇ ਨਾਲੋਂ ਤੁਹਾਨੂੰ ਕੁਛ ਜ਼ਿਆਦਾ ਮਿਲਿਆ। ਐਗਜ਼ਾਮ ਓਰੀਐਂਟਡ ਤੁਹਾਨੂੰ ਇਹ ਨਾ ਲੱਗੇ ਕਿ ਤੁਹਾਡਾ ਗਵਰਨਰ ਜਨਰਲ ਟੌਪਿਕ ਕੀਤਾ ਤੁਸੀਂ ਟਾਈਮ ਵੇਸਟ ਵੀ ਕੀਤਾ ਤੇ ਬਟ ਵੀ ਤੁਹਾਡਾ ਟਾਈਮ ਵੇਸਟ ਹੋ ਗਿਆ। ਤੁਹਾਨੂੰ ਇਹ ਲੱਗਣਾ ਚਾਹੀਦਾ ਵੀ ਟਾਈਮ ਸਾਡਾ ਸਪੈਂਡ ਹੋਇਆ, ਪ੍ਰੋਪਰ ਇਨਵੈਸਟ ਹੋਇਆ ਵਧੀਆ ਜਗ੍ਹਾ ਦੇ ਉੱਤੇ। ਬੱਚੇ ਦੇਖੋ ਫ੍ਰੀ ਆਫ ਕਾਸਟ ਤੁਹਾਡੇ ਲਈ ਇੰਨਾ ਕੀਤਾ ਜਾ ਰਿਹਾ, ਤੁਸੀਂ ਇਹਦੀ ਵੈਲਿਊ ਨੂੰ ਸਮਝਿਆ ਕਰੋ। ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਜੋ ਤੁਹਾਨੂੰ ਪੁੱਛਿਆ ਜਾਂਦਾ ਆਨਸਰ ਵੀ ਜ਼ਰੂਰ ਦਿਆ ਕਰੋ। ਬੱਚੇ ਪਾਵਰ ਕੱਟ ਦੀ ਵਜ੍ਹਾ ਦੇ ਕਰਕੇ ਹੋ ਸਕਦਾ ਅੱਜ ਵੀ ਪਾਵਰ ਕੱਟ ਲੱਗਣਾ, ਤਾਂ ਅਗਰ ਨਹੀਂ ਲੱਗਦਾ ਦੈਨ ਆਪਾਂ ਇੱਕ ਵੀਡੀਓ ਹੋਰ ਪੋਸਟ ਕਰਾਂਗੇ, ਅਦਰਵਾਈਜ਼ ਫੋਨ ਦੇ ਉੱਤੋਂ ਕੋਸ਼ਿਸ਼ ਕਰਾਂਗੇ। ਪਰ ਫੋਨ ਦੇ ਉੱਤੋਂ ਉਨੀ ਵਾਲੀ ਵੀਡੀਓ ਆ ਜਿਹੜੀ ਪੋਸੀਬਲ ਨਹੀਂ ਹੁੰਦੀ ਬੱਚੇ, ਉਨੀ ਕਰੈਕਟਲੀ ਜਿਹੜੀ ਕਲੀਅਰ ਆ ਵੀਡੀਓ ਉਹ ਆ ਸਕੇ। ਕਲੀਅਰ ਤਾਂ ਆਹ ਵਾਲੇ ਬੱਚੇ ਅੱਜ ਦੇ ਕੁਐਸਚਨ ਸੀ ਆਪਣੇ, ਜਿਨ੍ਹਾਂ ਨੂੰ PDF ਚਾਹੀਦਾ ਉਹ ਟੈਲੀਗ੍ਰਾਮ ਦੇ ਉੱਤੇ ਇਹਦਾ PDF ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਜਦੋਂ ਇਹ ਵਾਲਾ ਆਪਣਾ ਟੌਪਿਕ YouTube ਉੱਪਰ ਪੂਰਾ ਹੋ ਗਿਆ ਕੰਪਲੀਟ। ਠੀਕ ਆ ਤਾਂ ਬੱਚੇ ਇਹ ਇੰਨੇ ਕੁ ਫੈਕਟ ਸੀਗੇ ਅੱਜ। ਤੇ ਬਾਕੀ ਜਿਹੜੇ ਬੱਚੇ VPN ਯੂਜ਼ ਕਰਦੇ ਆ ਬੱਚੇ, ਤਾਂ ਹੁਣ VPN ਕੰਪਨੀਜ਼ ਨੇ ਮੈਚੀ ਨੇ ਉਹਨਾਂ ਨੂੰ ਕਹਿਤਾ ਕਿ ਹੁਣ ਮਤਲਬ ਕਿ ਇੱਕ ਰਿਕਮੈਂਡੇਸ਼ਨ ਦਿੱਤੀਆਂ ਸੀ ਕਮੇਟੀ ਨੇ ਕਿ ਜਿਹੜੇ VPN ਬਦਲ ਕੇ ਨੈੱਟ 'ਤੇ ਕੁਛ ਵੀ ਸਰਚ ਕਰਦੇ ਆ ਵੀ ਉਹਨਾਂ ਦਾ ਤੁਸੀਂ 5 ਸਾਲ ਤੱਕ ਦਾ ਰਿਕਾਰਡ ਰੱਖਣਾ। ਅਸੀਂ ਤੁਹਾਡੇ ਤੋਂ ਕਦੋਂ ਵੀ ਉਹਨਾਂ ਦਾ ਰਿਕਾਰਡ ਆ ਜਿਹੜਾ ਮੰਗ ਸਕਦੇ ਹਾਂ, ਜੇ ਨਹੀਂ ਪਾਇਆ ਗਿਆ ਤਾਂ ਮਤਲਬ ਕਿ ਸਜ਼ਾ ਵਗੈਰਾ ਦਾ ਉਹਨਾਂ ਦਾ ਜਿਹੜਾ ਸਿਸਟਮ ਆ ਸਰਵਰ ਆ ਸਰਵਿਸ ਆ ਉਹਨੂੰ ਖਤਮ ਕੀਤਾ ਜਾ ਸਕਦਾ। ਤਾਂ ਤੁਸੀਂ ਵੀ ਇੰਟਰਨੈੱਟ ਦਾ ਸਹੀ ਸਦਉਪਯੋਗ ਕਰਨਾ, ਤਾਂ ਕਿਸੇ ਨੇ ਵੀ ਨੈੱਟ ਨੂੰ ਝੂਠੀਆਂ ਫੇਕ ਨਿਊਜ਼ ਵਗੈਰਾ ਫੈਲਾਉਣ ਦੇ ਲਈ ਨਹੀਂ ਚੂਜ਼ ਕਰਨਾ। ਤਾਂ ਬੱਚੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।